ਜੈ ਭੀਮ ਨੌ ਬੁੱਧਾਏ। ਅੱਜ ਦੇ ਸਪੈਸ਼ਲ ਗੈਸਟ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ। ਜਿੱਦਾਂ ਹਰ ਐਪੀਸੋਡ ਦੇ ਵਿੱਚ ਅਸੀਂ ਤੁਹਾਡੇ ਨਾਲ ਖਾਸ ਪਰਸਨੈਲਿਟੀ ਲੈ ਕੇ ਆਉਂਦੇ ਹਾਂ। ਉਸ ਪਰਸਨੈਲਿਟੀ ਦੀ ਜਿਹੜੀ ਪਰਸਨੈਲਿਟੀ ਹੈਗੀ ਹੈ, ਜਿਹੜੀ ਜ਼ਿੰਦਗੀ ਹੈ, ਅਸੀਂ ਉਹਨੂੰ ਉਭਾਰਨ ਦੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਅੱਜ ਅਸੀਂ ਥੋੜ੍ਹਾ ਜਿਹਾ ਜਿਹੜਾ ਉਹਨੂੰ ਥੋੜ੍ਹਾ ਜਿਹਾ ਬਦਲਿਆ ਹੈ। ਉਹਦੇ ਵਿੱਚ ਇੱਕ ਤਬਦੀਲੀ ਲਿਆਂਦੀ। ਉਹ ਇਹ ਕਿ ਅੱਜ ਅਸੀਂ ਬੇਸ਼ੱਕ ਜਿਹੜੀ ਹਸਤੀ ਸਾਡੇ ਨਾਲ ਹੈ ਉਹ ਮਹਾਨ ਹੈ, ਉਹ ਵੀ ਗੈਸਟ ਹੀ ਹਨ, ਤੁਸੀਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਵੀ ਹੋ। ਲੇਕਿਨ ਜਿਹੜੀ ਅੱਜ ਗੱਲ ਕਰਨੀ, ਜਿਹੜਾ ਸਾਡਾ ਮੁੱਦਾ ਹੈ ਕਿ ਦੁਨੀਆ ਦੇ ਵਿੱਚ ਹਰ ਜਗ੍ਹਾ ਇਨਸਾਨ ਦੇ ਨਾਲ ਨਫ਼ਰਤ ਕਰਦਾ ਆ ਰਿਹਾ। ਜਿਹੜਾ ਮੁਲਕ ਤੇ ਸਿਆਸਤ ਵਿੱਚ ਜਾਂ ਧਾਰਮਿਕ ਤੌਰ 'ਤੇ ਜਿਹੜਾ ਹਿੱਸਾ ਭਾਰੀ ਆ, ਉਹ ਦੂਜੀਆਂ ਜਿਹੜੀਆਂ ਕਮਿਊਨਿਟੀਆਂ ਉਹਨਾਂ 'ਤੇ ਤਸ਼ੱਦਦ ਕਰਦਾ ਆ ਰਿਹਾ। ਸਦੀਆਂ ਤੋਂ ਇਹ ਗੱਲ ਹੋ ਰਹੀ ਆ। ਇੰਗਲੈਂਡ ਵਿੱਚ ਵੀ ਇਹੋ ਕੁਛ ਵਾਪਰਦਾ ਰਿਹਾ। ਇਸ ਮੁਲਕ ਵਿੱਚ ਜਿਹੜੀ ਇਕੁਅਲ ਪੇ ਦਾ ਜਿਹੜਾ ਕਨਸੈਪਟ ਚੱਲਿਆ, ਇਹ ਸਾਡੇ ਆਪਣੇ ਦੇਖਦਿਆਂ ਵਾਚਦਿਆਂ ਦੌਰਾਨ ਹੋਇਆ। ਬੜੀ ਔਰਤ ਜਾਤੀ ਨੇ ਸਟਰਗਲ ਕੀਤੀ, ਪਰ ਉਦੋਂ ਵੀ ਪਹਿਲਾਂ ਇੰਗਲੈਂਡ ਵਿੱਚ ਇੱਕ ਔਰਤ ਹੋਈ ਆ ਜਿਹਨੇ ਔਰਤਾਂ ਲਈ ਵੋਟ ਦੇ ਅਧਿਕਾਰ ਬਾਰੇ ਬਹੁਤ ਜਦੋਜਹਿਦ ਕੀਤੀ। ਅੱਜ ਉਸ ਔਰਤ ਦੇ ਜੀਵਨ ਬਾਰੇ ਆਪਾਂ ਗੱਲ ਕਰਨੀ ਹੈ, ਜਿਸ ਦਾ ਨਾਂ ਸੀ ਐਮਲੀਨ ਪੰਖਹੋਸਟ। ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ 1858 'ਚ ਉਹਨਾਂ ਦਾ ਜਨਮ ਹੁੰਦਾ ਅਤੇ ਉਹ 1928 ਤੱਕ ਉਹ ਜ਼ਿੰਦਾ ਰਹਿੰਦੇ ਆ। ਉਹ ਜਿਹੜਾ ਉਹ ਦੌਰ ਆ 70 ਸਾਲ ਦਾ ਤਕਰੀਬਨ, ਉਹਦੇ ਵਿੱਚ ਐਮਲੀਨ ਪੰਖਹੋਸਟ ਨੇ ਬਹੁਤ ਸਟਰਗਲ ਕੀਤੀ, ਬਹੁਤ ਜਦੋਜਹਿਦ ਕੀਤੀ। ਉਹਨਾਂ ਨੇ ਬੜੇ ਮੁਜ਼ਾਹਰੇ ਕੀਤੇ, ਬੜੀਆਂ ਸਪੀਚਾਂ ਕੀਤੀਆਂ, ਲੇਕਿਨ ਆਖਰ ਵਿੱਚ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ। ਕਿਉਂਕਿ ਸਿੰਪਲ ਗੱਲ ਇਹ ਹੈ ਕਿ ਇਸ ਮੁਲਕ ਵਿੱਚ ਵੀ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ, ਪਰ ਜਦੋਂ ਅਧਿਕਾਰ ਮਿਲਿਆ ਤਾਂ ਉਹਦੀ ਕੁਰਬਾਨੀ ਦਾ ਲੋਕਾਂ ਨੂੰ ਅਹਿਸਾਸ ਹੋਇਆ। ਆਪਾਂ ਉਹਦੇ ਬਾਰੇ ਗੱਲ ਕਰਨੀ ਆ। ਅੱਛਾ, ਹੁਣ ਆਪਾਂ ਅੱਗੇ ਚੱਲਦੇ ਹਾਂ ਕਿ ਇਸ ਵਿਸ਼ੇ 'ਤੇ ਗੱਲ ਕਰਨ ਲਈ ਜਿਨ੍ਹਾਂ ਨੂੰ ਮੈਂ ਖਾਸ ਮਹਿਮਾਨ ਬੁਲਾਇਆ ਹੈ, ਉਹਨਾਂ ਦਾ ਨਾਂ ਹੈ ਫਕੀਰ ਚੰਦ ਚੌਹਾਨ ਜੀ। ਚੌਹਾਨ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਚੌਹਾਨ ਸਾਹਿਬ ਦੀ ਬੜੀ ਸਟੱਡੀ ਆ ਹਰ ਇਸ਼ੂ 'ਤੇ, ਜਿਹੜਾ ਇਸ਼ੂ ਸਾਡੇ ਲੋਕਾਂ ਨਾਲ ਕੰਸਰਨ ਕਰਦਾ, ਚਾਹੇ ਉਹ ਇਮੀਗ੍ਰੇਸ਼ਨ ਦਾ ਹੋਵੇ, ਚਾਹੇ ਉਹ ਵੱਧ ਅਧਿਕਾਰਾਂ ਦਾ ਹੋਵੇ, ਚਾਹੇ ਉਹ ਸਿਆਸਤ ਦਾ ਹੋਵੇ, ਜਾਂ ਜਿੱਥੇ ਵੀ ਬੇਇਨਸਾਫੀ ਦੀ ਗੱਲ ਹੁੰਦੀ ਆ, ਉਹਦੇ ਬਾਰੇ ਜਿੰਨਾ ਚੌਹਾਨ ਸਾਹਿਬ ਜਾਣਦੇ ਆ ਸ਼ਾਇਦ ਹੀ ਹੋਰ ਕੋਈ ਨਾ ਜਾਣਦਾ ਹੋਵੇ। ਅੱਜ ਆਪਾਂ ਇਹਨਾਂ ਨਾਲ ਗੱਲ ਕਰਨੀ ਆ। ਪਹਿਲਾਂ ਤਾਂ ਆਪਾਂ ਤੁਹਾਡੇ ਨਾਲ ਰਲ ਕੇ ਸਵਾਗਤ ਕਰਦੇ ਹਾਂ। ਚੌਹਾਨ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। UK ਦੀ ਮਹਾਨ ਹਸਤੀ, ਕ੍ਰਾਂਤੀਕਾਰੀ ਨਾਰੀ, ਜਿਸ ਵੱਲੋਂ ਨਾਰੀ ਜਾਤੀ ਲਈ ਵੋਟ ਅਧਿਕਾਰ ਵਾਸਤੇ ਸੰਘਰਸ਼ ਕੀਤਾ ਗਿਆ, ਇਹ ਆਪਣਾ ਵਿਸ਼ਾ ਆ। ਲੇਕਿਨ ਜਿਹੜਾ ਸਵਾਲ ਆਪਾਂ ਪਹਿਲਾਂ ਕਰਦੇ ਹਾਂ ਕਿ ਵਿਸ਼ੇ ਵਿੱਚ ਕਿਸ ਮਹਾਮਾਨਵ ਨੇ ਨਾਰੀ ਜਾਤੀ ਨੂੰ ਪੁਰਸ਼ ਦੇ ਬਰਾਬਰ ਸਨਮਾਨ ਅਤੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਇਹਦੇ ਬਾਰੇ ਥੋੜ੍ਹਾ ਜਿਹਾ ਦੇਖੋ। ਜਿਹੜਾ ਵਿਸ਼ੇ ਦੇ ਵਿੱਚ ਜਿਸ ਵੇਲੇ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ, ਹਾਂਜੀ, ਕਿਉਂਕਿ ਭਾਰਤ ਦੇ ਵਿੱਚ 2565 ਸਾਲ ਪਹਿਲਾਂ ਹਾਂਜੀ ਮਹਾਮਾਨਵ ਗੌਤਮ ਬੁੱਧ ਹੋਏ ਆ। ਠੀਕ। ਉਹਨੀ 35 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗਿਆਨ ਪ੍ਰਾਪਤੀ ਹੋਈ। ਠੀਕ। ਔਰ ਜਿਸ ਵੇਲੇ ਉਹਨਾਂ ਨੂੰ ਗਿਆਨ ਪ੍ਰਾਪਤੀ ਹੋਈ ਤਾਂ ਉਸ ਵੇਲੇ ਜਿਹੜਾ ਸੰਘ ਸੀਗਾ, ਕਿਉਂਕਿ ਸੰਘ ਦੇ ਮੈਂਬਰ ਬਣਨਾ ਪੈਂਦਾ ਸੀ, ਹਾਂਜੀ, ਉਹਨੇ ਜਾਣੀ ਕਿਹਾ ਵੀ ਸੰਘ ਦੇ ਸਾਰੇ ਮੈਂਬਰ ਹੋਣਗੇ, ਚਾਹੇ ਕੋਈ ਅਮੀਰ ਆ, ਚਾਹੇ ਗਰੀਬ ਆ, ਚਾਹੇ ਪੁਰਸ਼ ਨਾਰੀ। ਜਾਣੀ ਨਾਰੀਆਂ ਵਾਸਤੇ ਕਈ ਲੋਕਾਂ ਨੇ ਕਿਹਾ ਵੀ ਇਹ ਨਹੀਂ ਚਾਹੀਦੀ, ਪਰ ਉਹਨੇ ਕਿਹਾ ਵੀ ਜ਼ਰੂਰ, ਕਿਉਂਕਿ ਸਭ ਬਰਾਬਰ ਹੈ। ਠੀਕ। ਹਾਂਜੀ ਹਾਂਜੀ। ਅੱਛਾ, ਬੜੀ ਇੰਟਰਸਟਿੰਗ ਵਾਰਦਾਤਾਂ ਹੈਗੀਆਂ। ਅੱਛਾ ਚੌਹਾਨ ਸਾਹਿਬ, ਜਿਹੜਾ ਲੋਕਤੰਤਰ ਆ, ਇਹ 1819 ਤੋਂ ਪਹਿਲਾਂ ਕਿਹੋ ਜਿਹਾ ਸੀ? ਜਿਹੜਾ ਹੁਣ ਆਪਾਂ ਗੱਲ ਕੀਤੀ ਹੈ ਨਾ 1215 'ਚ, ਤਾਂ ਹੁਣ ਕਹਿ ਦਿੱਤਾ ਵੀ ਇੱਦਾਂ ਕਰੋ, ਹਾਂਜੀ, ਪਰ ਜਿਹੜਾ ਪਹਿਲਾ ਹਾਊਸ ਆਫ ਕਾਮਨਸ 1265 'ਚ ਬਣਿਆ, ਹਾਂਜੀ, ਕਿਉਂਕਿ ਉਹ ਜਿਹੜੇ ਬੰਦੇ ਸੀਗੇ, ਜਾਣੀ ਜਿੱਦਾਂ ਮੁਲਕ ਤਾਂ ਸਾਰਿਆਂ ਦਾ ਹੁੰਦਾ, ਹਾਂਜੀ, ਉਹ ਜਿੰਨੇ ਜਾਣੀ ਰਜਵਾੜੇ ਸੀਗੇ, ਜਗੀਰਦਾਰ ਸੀ, ਹਾਂਜੀ,
ਪੈਸੇ ਵਾਲੇ ਸੀ, ਸ਼ਾਹੂਕਾਰ ਸੀ, ਜਿਨ੍ਹਾਂ ਦੇ ਕਾਰੋਬਾਰ ਸੀ, ਹਾਂਜੀ, ਉਹਨਾਂ ਦੀਆਂ ਵੋਟਾਂ ਬਣਾਈਆਂ। ਓਕੇ, ਜਿਹੜੀ ਹੈ ਨਾ ਇੱਥੇ ਦੀ ਅੱਪਰ ਕਲਾਸ ਆ ਇੰਗਲੈਂਡ ਦੀ, ਹਾਂਜੀ, ਜਾਣੀ ਉਹਨਾਂ ਦੀਆਂ ਵੋਟਾਂ ਬਣਾਈਆਂ। ਤਾਂ ਇਹ ਲਿਖ ਦਿੱਤਾ ਵੀ 5 ਸਾਲ ਬਾਅਦ ਇਹ ਜਿਹੜੀ ਆਪਣੇ ਮੈਂਬਰ ਚੁਣਿਆ ਜਾਣਗੇ। ਜਿਹੜਾ ਹਾਊਸ ਆਫ ਲਾਰਡਸ ਹੈ ਉਹ ਤਾਂ ਨੋਮੀਨੇਟ ਕਰਨੇ ਸੀ। ਹਾਂਜੀ, ਹਾਂਜੀ, ਉਹ ਜਾਣੀ ਉਦੋਂ 1265 ਤੋਂ ਲਾ ਕੇ ਜਿਹੜਾ 1819 ਤੱਕ ਤੁਸੀਂ ਗੱਲ ਕੀਤੀ ਹੈ, ਹਾਂਜੀ, ਹਾਂਜੀ, ਉਹ ਸਿਰਫ ਇੱਥੇ ਦੀ ਅੱਪਰ ਕਲਾਸ ਜਿਹੜੀ ਹੈ, ਜਿਹਦੇ ਵਿੱਚ ਜ਼ਗੀਰਦਾਰ ਸੀਗੇ, ਸ਼ਾਹੂਕਾਰ ਸੀਗੇ, ਕਾਰੋਬਾਰੀ ਸੀ, ਜਿਨ੍ਹਾਂ ਦੇ ਸਭ ਜ਼ਮੀਨਾਂ ਸੀਗੀਆਂ, ਉਹਨਾਂ ਦੀਆਂ ਵੋਟਾਂ ਸੀ। ਠੀਕ ਠੀਕ। ਪਰ ਉਹ ਫਿਰ 1819 ਤੱਕ ਜਿਹੜੀ ਮਿਡਲ ਕਲਾਸ ਸੀ ਉਹਨੇ ਵੀ ਕਿਹਾ ਵੀ ਸਾਡੀਆਂ ਵੀ ਵੋਟਾਂ ਹੋਣੀਆਂ ਚਾਹੀਦੀਆਂ, ਵੀ ਮੁਲਕ ਤਾਂ ਸਾਰਿਆਂ ਦਾ। ਪਰ ਉਹਨਾਂ ਦੀ ਗੱਲ ਸੁਣੀ ਨਹੀਂ ਕਿਸੇ ਨੇ। ਪਰ ਜਿਹੜਾ ਹੁਣ 1819 ਦੀ ਗੱਲ ਆਪਾਂ ਜ਼ਿਕਰ ਕਰਦੇ ਹਾਂ, ਹਾਂਜੀ, ਹਾਂਜੀ, ਫਿਰ ਇੱਕ ਘਟਨਾ ਹੋਈ ਸੀ। ਉਹ ਜਿਹੜੀ ਘਟਨਾ ਹੈ ਤੇ ਇਤਿਹਾਸ ਦੇ ਵਿੱਚ ਜ਼ਰੂਰ ਉਹਦਾ ਵਰਣਨ ਕਰਨਾ ਚਾਹੀਦਾ ਵੀ ਮਾਨਚੈਸਟਰ ਦੇ ਸ਼ਹਿਰ ਦੇ ਵਿੱਚ ਜਿਹੜੇ ਲੋਕ ਸੀਗੇ, ਉਹਨੇ ਕਿਹਾ ਵੀ ਆਪਾਂ ਰਾਜੇ ਤੋਂ ਮੰਗ ਕਰਨੀ ਚਾਹੀਦੀ ਹੈ ਵੀ ਸਾਡੀਆਂ ਕਿਉਂ ਨਹੀਂ ਵੋਟਾਂ, ਸਾਨੂੰ ਵੀ ਅਧਿਕਾਰ ਦੇਣੇ ਚਾਹੀਦੇ। ਠੀਕ। ਤਾਂ ਉਹ ਜਾਣੀ ਉੱਥੇ ਜੁਲਾਈ ਦਾ ਹੀ ਮਹੀਨਾ ਸੀ 1819 ਨੂੰ, ਮਾਨਚੈਸਟਰ ਦੀ ਇਹ ਗਰਾਊਂਡ ਹੈ, ਉੱਥੇ ਲੱਖਾਂ ਹੀ ਲੋਕ ਬਹਿ ਗਏ ਵੀ ਸਾਡੇ ਨਾਲ ਆ ਕੇ ਗੱਲ ਕਰਨਗੇ ਵੀ ਸਾਨੂੰ ਵੀ ਵੋਟ ਦਾ ਅਧਿਕਾਰ ਮਿਲੂਗਾ। ਠੀਕ। ਪਰ ਉਹਨੇ ਰਾਜੇ ਨੇ ਜਾਣੀ ਮਤਲਬ ਜਿਹੜਾ ਸਰਕਾਰ ਸੀਗੀ ਉਹਨੇ ਕਿਹਾ ਵੀ ਇਹਨਾਂ ਨੂੰ ਬਿਲਕੁਲ ਵੋਟ ਦਾ ਅਧਿਕਾਰ ਨਹੀਂ ਦੇਣਾ, ਵੀ ਇਹਨਾਂ ਨੂੰ ਕੁਚਲ ਦਿਓ। ਠੀਕ। ਤੁਸੀਂ ਦੇਖੋ ਵੀ ਉੱਥੇ ਪੁਲਿਸ ਆਈ ਘੋੜਿਆਂ 'ਤੇ, ਉਹਨੇ ਉਹਨਾਂ ਨੂੰ ਦਰੜ ਦਿੱਤਾ ਔਰ ਬਹੁਤ ਲੋਕ ਜਿਹੜੇ ਉਹ ਸ਼ਹੀਦ ਹੋ ਗਏ। ਜਾਣੀ 1819 ਤੱਕ ਇੱਦਾਂ ਹੀ ਚੱਲਦਾ ਰਿਹਾ ਔਰ ਉਹਨਾਂ ਦੀ ਜਾਣੀ ਮੰਗ ਮੰਨੀ ਨਹੀਂ। ਪਰ ਬੜੀ ਤਾਂ ਗੱਲ ਹੈ ਵੀ ਉਹਨੇ ਤਾਂ ਰਾਜੇ ਨੇ ਤਾਂ ਉਹਨੇ ਕਿਹਾ ਵੀ ਅਸੀਂ ਇਹਨਾਂ ਨੂੰ ਦਬਾ ਦਿੱਤਾ, ਪਰ ਉਹ ਜਾਣੀ ਇੱਕ ਇਤਿਹਾਸ ਨਵਾਂ ਸ਼ੁਰੂ ਹੋ ਗਿਆ। ਉਹ ਜਾਣੀ ਜਿਹੜੀ ਮੂਵਮੈਂਟ ਗਾਂਹ ਚੱਲੀ, ਉਹਨੇ ਕਿਹਾ ਵੀ ਕਿੰਨੇ ਮਾਰ ਦੇਣਗੇ, ਵੀ ਜਿਹੜਾ ਮੁਲਕ ਹੈ ਇਕੱਲੇ ਜਿਹੜੀ ਅੱਪਰ ਕਲਾਸ ਦਾ ਨਹੀਂ, ਵੀ ਰਾਜੇ ਨੇ ਜੇ ਉਹਨਾਂ ਨੂੰ ਥੋੜ੍ਹੇ ਇਹਨਾਂ ਨੂੰ ਅਧਿਕਾਰ ਦੇ ਦਿੱਤੇ ਆ ਤਾਂ ਫਿਰ ਬਾਕੀ ਲੋਕ ਤਾਂ ਉੱਦਾਂ ਹੀ ਲੋਕਾਂ ਵਿੱਚ ਯੂਨਿਟੀ ਹੋ ਗਈ। ਹਾਂ, ਨਹੀਂ ਲੋਕਾਂ ਦੇ ਵਿੱਚ ਜਾਗਰਤਾ ਆਈ, ਕਿਉਂਕਿ ਕਈ ਵਾਰੀ ਜਦ ਖੂਨ ਡੁੱਲਦਾ ਤਾਂ ਫਿਰ ਮੂਵਮੈਂਟ ਚੱਲਦੀ ਹੈ। ਉਹ ਜਿਹੜੀਆਂ ਸ਼ਹੀਦੀਆਂ ਉਹ ਅਜਾਈ ਨਹੀਂ ਜਾਂਦੀਆਂ। ਜਿਹੜਾ 1819 ਦਾ ਉਹਨੂੰ ਪੀਟਰਲੋ ਮਾਸੈਕਰ ਕਿਹਾ ਜਾਂਦਾ, ਯਾਨੀ ਇਤਿਹਾਸ ਦੇ ਵਿੱਚ ਜ਼ਿਕਰ ਹੈ ਵੀ ਉਹਨੀ ਲੋਕਾਂ ਨੇ ਖੂਨ ਦਿੱਤਾ। ਤਾਂ ਬਾਅਦ 'ਚ ਫਿਰ ਗੱਲ ਚੱਲੀ ਵੀ ਜਿਹੜੀ ਮਿਡਲ ਕਲਾਸ ਤਾਂ ਵਰਕਿੰਗ ਕਲਾਸ ਆ, ਜਿਹੜਾ ਕਿਰਤੀ ਵਰਗ ਆ, ਵੀ ਇਹਨਾਂ ਨੂੰ ਜ਼ਰੂਰ ਵੋਟ ਮਿਲਣੀ ਚਾਹੀਦੀ ਹੈ। ਜਾਣੀ ਇਹ ਫਿਰ ਲਹਿਰ ਗਾਂਹ ਚੱਲੀ। ਅੱਛਾ, ਜੋ ਤੁਸੀਂ ਹੁਣ ਤੱਕ ਦੱਸਿਆ ਇਹ ਲੋਕਾਂ ਦੇ ਬੜੇ ਫਾਇਦੇ ਦੀ ਗੱਲ ਆ, ਲੋਕਾਂ ਲਈ ਬੜੇ ਸਮਝ ਦੀ ਗੱਲ ਆ, ਲੇਕਿਨ ਲੋਕ ਇਤਿਹਾਸ ਨੂੰ ਜਾਣਦੇ ਘੱਟ ਆ, ਬਹੁਤ ਘੱਟ ਲੋਕ ਜਾਣਨਾ ਚਾਹੀਦਾ। ਜਾਣਨਾ ਚਾਹੀਦਾ। ਅੱਛਾ, ਹੁਣ ਜਿਹੜਾ ਮੇਰਾ ਅਗਲਾ ਸਵਾਲ ਇਹ ਐਕਚੁਅਲੀ ਇਹਦੇ ਦੋ ਭਾਗ ਬਣ ਜਾਂਦੇ ਆ। ਪਹਿਲਾਂ ਤਾਂ ਸਵਾਲ ਮੈਂ ਇਹ ਕਰਦਾ ਕਿ ਭਾਰਤ ਕਿਵੇਂ ਬ੍ਰਿਟਿਸ਼ ਇੰਪਾਇਰ ਦਾ ਹਿੱਸਾ ਬਣਿਆ। ਪਹਿਲਾਂ ਤਾਂ ਇਹ ਦੱਸੋ। ਚਲੋ ਇਹ ਪਹਿਲਾਂ ਮੈਂ ਦੱਸ ਦਿੰਦਾ। ਪਹਿਲਾਂ ਇਹ ਦੱਸੋ। ਨਹੀਂ, ਪਹਿਲਾਂ ਤਾਂ ਦੇਖੋ ਇਹ ਵੀ ਦੱਸਣਾ ਬਹੁਤ ਜ਼ਰੂਰੀ ਆ ਵੀ ਜਿਸ ਵੇਲੇ ਉਹ ਰਾਜੇ ਨੇ ਕਿਹਾ ਵੀ ਮੈਂ ਅਧਿਕਾਰ ਦੇ ਰਿਹਾ, ਹਾਂ, ਉਦੋਂ ਉਹਨੇ ਇਕੱਲੇ ਇੰਗਲੈਂਡ ਵਾਸਤੇ ਕੀਤਾ ਸੀ। ਠੀਕ। ਫਿਰ ਜਦ ਟਾਈਮ ਬੀਤਦਾ ਗਿਆ ਤਾਂ ਜਿਹੜਾ ਸਕਾਟਲੈਂਡ ਆ ਉਹਨੇ ਕਿਹਾ ਵੀ ਚੰਗਾ ਤੁਹਾਡਾ ਸਿਸਟਮ ਆ, ਵੀ ਵੇਲਜ਼ ਵਾਲਿਆਂ ਨੇ ਵੀ ਕਿਹਾ ਤਾਂ ਆਇਰਲੈਂਡ ਵਾਲਿਆਂ ਨੇ ਵੀ ਕਿਹਾ। ਫਿਰ ਇਹ ਮਤਲਬ ਹੈ ਉਹਨੇ ਕਿਹਾ ਵੀ ਆਪਾਂ ਯੂਨਾਈਟਿਡ ਕਿੰਗਡਮ ਬਣਾ ਲੈਂਦੇ ਹਾਂ। ਹਾਂ, ਠੀਕ ਹੈ। ਇਹ ਫਿਰ ਬਾਅਦ ਯੂਨਾਈਟਿਡ ਕਿੰਗਡਮ ਬਣ ਗਿਆ। ਫਿਰ ਜਿਹੜੀ ਹਾਊਸ ਆਫ ਕਾਮਨਸ ਹੈ ਉਹ ਇਕੱਲੀ ਇੰਗਲੈਂਡ ਦੀ ਨਹੀਂ, ਫਿਰ 4 ਮੁਲਕਾਂ ਦੀ ਇੱਕ ਬਣ ਗਈ, ਯੂਕੇ ਦੀ ਬਣ ਗਈ। ਹਾਂ, ਠੀਕ ਹੈ। ਪਰ ਸਿਸਟਮ ਉਹੀ ਰਿਹਾ। ਜਾਣੀ ਜਿਹੜੇ ਅੱਪਰ ਕਲਾਸ ਜਿਹੜੀ ਸੀ, ਜਿਹੜੇ MP ਉਹਨਾਂ ਦੇ ਜਾਂਦੇ ਰਹੇ। ਠੀਕ। ਪਰ ਫਿਰ ਉਹ ਇੱਦਾਂ ਹੈਗੀ ਆ ਵੀ ਦੇਖੋ ਇਹ ਜਿਹੜਾ ਇੰਡੀਆ ਦੀ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਵੀ ਕਿੱਦਾਂ ਬਣਿਆ, ਹੁਣ ਤੁਸੀਂ ਦੇਖੋ ਵੀ ਇਹ ਜਿਹੜੇ ਲੋਕ ਆ ਇਹ ਤਾਂ ਬਹੁਤ ਦਿਮਾਗੀ ਹੈ। ਇਹਨੇ ਕਿੰਨੇ ਮੁਲਕ ਟੋਲੇ ਆ ਬਾਹਰ ਜਾ ਕੇ, ਹਾਂਜੀ, ਵੀ ਮੁਲਕਾਂ ਨੂੰ ਲੱਭਿਆ। ਪਰ ਜਿਹੜਾ ਇੰਡੀਆ ਦੀ ਗੱਲ ਆ ਵੀ ਜਿਹੜਾ ਇੰਡੀਆ ਨੂੰ ਲੱਭਿਆ ਤਾਂ ਪੁਰਤਗੀਜ਼ ਨੇ ਸੀ, ਹੋ ਫਿਰ ਉੱਥੇ ਲੱਪੇ ਜਾਣ। ਫਿਰ ਇਹ ਜਿਹੜੇ ਅੰਗਰੇਜ਼ ਸੀ ਨਹੀਂ ਕਿਹਾ ਵੀ ਉਹ ਤਾਂ ਮੁਲਕ ਬਹੁਤ ਵੱਡਾ ਹੈ, ਸਾਨੂੰ ਵਪਾਰ ਕਰਨ ਜਾਣਾ ਚਾਹੀਦਾ। ਜਾਣੀ 1600 ਦੇ ਵਿੱਚ ਇੱਥੇ ਜਿਹੜੀ ਰਾਣੀ ਸੀ ਐਲਿਜ਼ਬeth ਫਸਟ ਸੀਗੀ। ਠੀਕ। ਉਹਨੇ ਜਾਣੀ ਜਿਹੜੇ ਇੱਥੇ ਦੇ ਸੀਗੇ ਕਾਰੋਬਾਰੀ ਲੋਕ, ਉਹਨੇ ਕਿਹਾ ਵੀ ਅਸੀਂ ਵਪਾਰ ਕਰਨ ਜਾਣਾ, ਵੀ ਸਾਨੂੰ ਇਜਾਜ਼ਤ ਦਿੱਤੀ ਜਾਵੇ। ਉਹਨੇ ਲਿਖ ਕੇ ਦਿੱਤਾ। ਤਾਂ ਉਹਨੇ ਕਿਹਾ ਵੀ ਬੜੀ ਚੰਗੀ ਗੱਲ ਹੈ ਵੀ ਤੁਸੀਂ ਜਾਓ। ਉਹ ਫਿਰ ਈਸਟ ਇੰਡੀਆ ਕੰਪਨੀ ਬਣਾ ਕੇ ਗਏ ਉੱਥੇ।
ਜਦ ਉਹਨੇ ਜਾ ਕੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ, ਦੇਖਿਆ ਸਭ ਕੁਝ, ਤਾਂ ਉਹ ਕਹਿੰਦੇ ਵੀ ਇੱਥੇ ਇਕੱਲਾ ਵਪਾਰ ਨਹੀਂ, ਵੀ ਇਹਨਾਂ 'ਤੇ ਤਾਂ ਰਾਜ ਕਰਨਾ ਚਾਹੀਦਾ। ਰਾਜ ਕਰਨਾ ਚਾਹੀਦਾ, ਠੀਕ ਹੈ। ਉਹ ਫਿਰ ਉਹ ਨਹੀਂ ਜਾਣੀ ਜਿਹੜਾ ਰੋਬਰਟ ਕਲਾਈਵ ਹੈ ਇੱਥੋਂ ਸ਼੍ਰੀਸਬਰੀ ਤੋਂ ਗਿਆ ਸੀ। ਦੇਖੋ ਮੈਂ ਦੱਸਣਾ ਚਾਹੁੰਦਾ ਵੀ ਉਹ ਇੱਕ ਮਾਮੂਲੀ ਕਲਰਕ ਸੀ, ਜਾਣੀ ਉੱਥੇ ਜਦ ਦੇਖਿਆ ਤਾਂ ਉਹਨੂੰ ਕਿਹਾ ਵੀ ਇੱਥੇ ਤਾਂ ਆਪਾਂ ਰਾਜ ਹੀ ਕਰ ਸਕਦੇ ਹਾਂ। ਲੋਕਾਂ ਦੀ ਸਥਿਤੀ ਦੇਖੀ, ਲੋਕਾਂ ਵੱਲ ਦੇਖਿਆ ਵੀ ਕੀ ਕਿੱਦਾਂ ਦੀ ਉਹਨੂੰ ਈਸਟ ਇੰਡੀਆ ਕੰਪਨੀ ਵੱਲੋਂ ਫੌਜ ਬਣਾਈ। ਹਾਂਜੀ, ਤੁਸੀਂ ਦੇਖੋ ਵੀ ਜਾਣੀ ਕਿ ਉਹ ਜਦ ਫੌਜ ਬਣਾ ਲਈ, ਉਹਨੂੰ ਕਿਹਾ ਵੀ ਪਹਿਲਾਂ ਆਪਾਂ ਬੰਗਾਲ ਜਿੱਤਣਾ, ਜਾਣੀ ਉਹ ਤਾਂ ਮਾਹਰ ਬਹੁਤ ਸੀ। ਕਿੱਡਾ ਵੱਡਾ ਜਿਹੜਾ ਹੁਣ ਤੁਸੀਂ ਦੇਖੋ ਵੀ ਬੰਗਾਲ ਹੈ, ਕਿੱਡਾ ਵੱਡਾ ਸੀਗਾ ਉਦੋਂ। ਜਾਣੀ 1757 ਦੇ ਵਿੱਚ ਉਹਨੇ ਬੰਗਾਲ ਜਿੱਤ ਲਿਆ। ਜਿੱਤ ਕੇ ਜਾਣੀ ਉਹ ਜਿਹੜਾ ਜਿੱਤਦਾ ਸੀ ਉਹਨੂੰ ਈਸਟ ਇੰਡੀਆ ਕੰਪਨੀ ਟੈਰੀਟਰੀ ਕਿਹਾ ਜਾਂਦਾ ਸੀ, ਉਹਦਾ ਹਿੱਸਾ ਬਣ ਜਾਂਦਾ ਸੀ। ਹਾਂ, ਤਾਂ ਫਿਰ ਜੀ ਉੱਦਾਂ ਹੀ ਜਿੱਤਦੇ ਅਖੀਰ 'ਚ ਉਹਨੇ ਪੰਜਾਬ ਜਿੱਤਿਆ 1849 'ਚ। ਠੀਕ, ਸਾਰਾ ਹੀ ਜਿੱਤ ਲਿਆ। ਤਾਂ ਜਿੱਤ ਲਿਆ ਤਾਂ ਫਿਰ ਉਹ ਨਹੀਂ ਦੱਸਦੇ, ਤਾਂ ਇਹਨਾਂ ਨੂੰ ਹਿਸਾਬ ਕਿਤਾਬ ਤਾਂ ਇੱਥੇ ਹੀ ਦਿੰਦੇ ਸੀ। ਅਤੇ ਫਿਰ ਜਿਹੜਾ ਇੰਡੀਆ ਦੀ ਗੱਲ ਆਉਂਦੀ ਵੀ ਗਦਰ ਚੱਲਿਆ ਨਾ, ਉਹ 1857 'ਚ ਹੋਇਆ। ਫਿਰ ਹੀ ਨਹੀਂ ਸਰਕਾਰ ਨੇ ਕਿਹਾ ਵੀ ਹੁਣ ਅਸੀਂ ਕੰਪਨੀ ਦੇ ਅੰਡਰ ਨਹੀਂ ਰਹਿਣ ਦੇਣਾ, ਵੀ ਕੰਪਨੀ ਨੂੰ ਕੱਢ ਦੇਣਾ ਵਿੱਚੋਂ, ਵੀ ਡਾਇਰੈਕਟ ਰੂਲ ਹੋਣਾ। ਠੀਕ, ਯਾਨੀ 1858 ਦੇ ਵਿੱਚ ਹੀ ਕਾਨੂੰਨ ਬਣਾ ਦਿੱਤਾ ਵੀ ਹੁਣ ਜੋ ਕੁਝ ਸਿੱਧਾ ਹੋਊਗਾ, ਬ੍ਰਿਟਿਸ਼ ਰਾਜ ਹੋ ਗਿਆ। ਹਾਂ, ਸੀਗਾ ਤਾਂ ਪਹਿਲਾਂ ਵੀ ਉਦੋਂ ਥਰੂ ਕੰਪਨੀ ਸੀ, ਫਿਰ ਸਿੱਧਾ ਹੋ ਗਿਆ। ਇਸੇ ਸਵਾਲ ਦਾ ਜਿਹੜਾ ਦੂਜਾ ਭਾਗ ਮੈਂ ਪੁੱਛਣਾ ਸੀ ਕੁਛ ਕਿ ਭਾਰਤੀ ਨਾਰੀ 'ਤੇ ਇਸ ਦਾ ਕੀ ਅਸਰ ਪਿਆ। ਹੁਣ ਉਹ ਤੁਸੀਂ ਦੇਖੋ ਵੀ ਜਿਹੜੀ ਭਾਰਤ ਦੀ ਨਾਰੀ ਸੀਗੀ, ਹਾਂਜੀ, ਹੁਣ ਇੱਥੇ ਦੋ ਨਾਰੀਆਂ ਦੀ ਗੱਲ ਹੋਣੀ ਹੈ, ਕਿਉਂ ਅੱਜ ਆਪ ਐਮਲਿਨ ਪੈਂਕਰਸ ਦੀ ਵੀ ਗੱਲ ਕਰ ਰਹੇ। ਹੁਣ ਜਦ ਇਹਨਾਂ ਦਾ ਉੱਥੇ ਰਾਜ ਹੋ ਗਿਆ, ਫਿਰ ਤਾਂ ਇਹਨਾਂ ਦੀ ਕਾਨੂੰਨ ਇਹਨਾਂ ਦੇ ਲਾਗੂ ਹੋਣੇ ਸੀ ਉੱਥੇ। ਬਿਲਕੁਲ ਬਿਲਕੁਲ। ਇਹ ਫਿਰ ਜਿਸ ਵੇਲੇ ਉੱਥੇ ਗਏ ਤਾਂ ਇਹਨੇ ਉੱਥੇ ਦੀ ਕਲਚਰ ਨੂੰ ਪੜ੍ਹਿਆ, ਉੱਥੇ ਦੇ ਗ੍ਰੰਥਾਂ ਨੂੰ ਪੜ੍ਹਿਆ, ਅਤੇ ਬੜੇ ਹੈਰਾਨ ਹੋਏ ਵੀ ਇੱਥੇ ਤਾਂ ਬਹੁਤ ਬੁਰਾ ਹਾਲ ਹੈ। ਜਾਣੀ ਇਹ ਪੜ੍ਹੇ ਲਿਖੇ ਲੋਕ ਸੀ, ਔਰ ਇਹ ਨਹੀਂ ਤਾਂ ਯੂਨੀਵਰਸਿਟੀਆਂ ਬਣਾਈਆਂ ਉੱਥੇ। ਹਾਂਜੀ, 1857 'ਚ 3 ਯੂਨੀਵਰਸਿਟੀਆਂ ਬਣਾਈਆਂ। ਤੁਸੀਂ ਦੇਖੋ ਵੇ ਕਲਕੱਤਾ, ਮਦਰਾਸ ਅਤੇ ਬੰਬਈ। ਫਿਰ ਹੀ ਨਹੀਂ ਉਹ ਇਹ ਪੜ੍ਹੇ ਲਿਖ ਸੀ, ਹੀ ਨਹੀਂ ਕਿਹਾ ਵੀ ਇਹਨਾਂ ਦੇ ਗ੍ਰੰਥਾਂ 'ਚ ਕੀ ਲਿਖਿਆ ਹੈ। ਇਹਨੇ ਉਹਦਾ ਜਿਹੜਾ ਮੈਕਸ ਮੁੱਲਰ ਤੋਂ ਅਨੁਵਾਦ ਕਰਾਇਆ। ਓਕੇ। ਔਰ ਫਿਰ ਜਾਣੀ ਇਹਨਾਂ ਨੂੰ ਪਤਾ ਲੱਗਾ ਵੀ ਇੱਥੇ ਤਾਂ ਬਹੁਤ ਬੁਰਾ ਹਾਲ ਹੈ। ਫਿਰ ਇਹਨਾਂ ਦੇ ਨੋਟਿਸ 'ਚ ਆਇਆ ਵੀ ਇੱਥੇ ਤਾਂ ਔਰਤਾਂ ਨੂੰ ਪੜ੍ਹਨ ਹੀ ਨਹੀਂ ਦਿੰਦੇ। ਫਿਰ ਸਵਿਤਰੀ ਬਾਈ ਫੂਲੇ ਦਾ ਵੀ ਇਹਨਾਂ ਨੂੰ ਪਤਾ ਲੱਗਾ। ਠੀਕ ਠੀਕ। ਫਿਰ ਬੜੀ ਤਾਂ ਗੱਲ ਆ ਵੀ ਇੰਨੀ ਜਾਣੀ ਗੁਲਾਮੀ, ਤੁਸੀਂ ਦੇਖੋ ਵੀ ਉਹ ਮਨੂ ਨੇ ਜਾਣੀ ਉਹ ਇੰਨਾ ਨਾਰੀ ਜਾਤੀ ਦੇ ਵਿਰੁੱਧ ਸੀ। ਉਹਨ ਕਿਹਾ ਵੀ ਸ਼ੂਦਰ ਆ, ਬੜੀ ਤਾਂ ਗੱਲ ਆ ਵੀ ਪੜ੍ਹ ਵੀ ਨਹੀਂ ਸਕਦੀ। ਫਿਰ ਨਾਲ ਦੇਖੋ ਵੀ ਸਤੀ ਦੀ ਰਸਮ ਸੀ। ਹਾਂਜੀ। ਫਿਰ ਦੇਵਦਾਸੀਆਂ ਦੀ ਰਸਮ ਸੀ। ਫਿਰ ਦੇਖੋ ਵੀ ਬੱਚੀਆਂ ਦੇ ਥੋੜ੍ਹੀ ਥੋੜ੍ਹੀ ਉਮਰ ਦੇ ਵਿਆਹ ਹੋ ਜਾਂਦੇ ਸੀ। ਜੇ ਉਹਨਾਂ ਦਾ ਹਸਬੈਂਡ ਮਰ ਜਾਣਾ ਤਾਂ ਉਹ ਵਿਆਹ ਨਹੀਂ ਸੀ ਕਰ ਸਕਦੀਆਂ। ਇੱਕ ਤਾਂ ਬਾਲ ਵਿਆਹ, ਉਹ ਵੀ ਮਾੜੀ ਗੱਲ ਸੀ। ਫਿਰ ਜੇ ਵਿਧਵਾ ਹੋ ਗਏ ਉਹ ਵਿਆਹ ਨਹੀਂ ਕਰਾ ਸਕਦੀ। ਔਰ ਦੇਵਦਾਸੀ ਸਿਸਟਮ ਬਹੁਤ ਮਾੜਾ ਸੀ। ਇਹ ਫਿਰ ਜਾਣੀ ਮਤਲਬ ਜੋ ਕੁਝ ਵੀ ਮਤਲਬ ਇਹ ਕਾਨੂੰਨ ਫਿਰ ਜਦ ਇਹਨਾਂ 'ਚ ਨੋਟਿਸ ਆਉਂਦਾ ਹੈ, ਫਿਰ ਕਾਨੂੰਨ ਲੰਡਨ ਬਣਦਾ ਸੀ। ਜਾਣੀ ਰਾਜ ਇਹਨਾਂ ਦਾ ਹੋ ਗਿਆ ਸੀ। ਇਸ ਕਰਕੇ ਜਿਹੜੀ ਭਾਰਤੀ ਨਾਰੀ ਨੂੰ ਜਿਹੜੀ ਰਾਹਤ ਮਿਲੀ ਆ, ਉਹ ਇਹਨਾਂ ਦਾ ਰਾਜ ਕਰਕੇ ਮਿਲੀ। ਹਾਂਜੀ। ਆਪਾਂ ਥੋੜ੍ਹਾ ਜਿਹਾ ਅੱਗੇ ਚੱਲਦੇ। ਹੁਣ ਜਿਹੜਾ ਆਪਣਾ ਜਿੱਥੇ ਆਪਾਂ ਆ ਕੇ ਗੱਲ ਸ਼ੁਰੂ ਕਰਨੀ ਸੀ, ਜਿਹੜੀ ਐਮਲਿਨ ਪੰਕਹੌਸ ਸੀਗੀ, ਉਹਦੇ ਜੀਵਨ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ। ਦੇਖੋ ਜਿਹੜੀ ਐਮਿਲੀ ਉਹਨੂੰ ਜਾਣੀ ਥੋੜ੍ਹਾ ਕਹਿ ਕੇ ਐਮਿਲੀ ਕਹਿੰਦੇ, ਕਿਉਂਕਿ ਪੈਂਕਹਰਸਟ ਤਾਂ ਉਹਦੇ ਹਸਬੈਂਡ ਦਾ ਉਹਨੂੰ ਜਦ ਵਿਆਹ ਮਿਸਿਸ ਪੈਂਕਹਰਸਟ। ਹਾਂ, ਕਿਉਂਕਿ ਜਦ ਉਹਨਾਂ ਸ਼ਾਦੀ ਕਰਾਈ ਤਾਂ ਫਿਰ ਸੀ, ਪਹਿਲਾਂ ਐਮਿਲੀਨ ਸੀ। ਹਾਂਜੀ ਹਾਂਜੀ। ਕਿਉਂਕਿ ਉਹ ਵੀ ਮਾਨਚੈਸਟਰ ਦੇ ਵਿੱਚ ਬੋਰਨ ਹੋਈ ਸੀ। ਓਕੇ। ਕਿਉਂਕਿ ਰੋਬਰਟ ਫਾਦਰ ਦਾ ਨਾਂ ਸੀ ਤਾਂ ਸੋਫੀ ਉਹਦੀ ਮਦਰ ਸੀ। ਹਾਂਜੀ। ਕਿਉਂਕਿ ਉਹ ਜਦ ਬੱਚੇ ਪੜ੍ਹਦੇ ਆ ਤਾਂ ਉਹ ਮਾਪਿਆਂ ਕੋਲੋਂ ਸਿੱਖਦੇ ਆ ਇਤਿਹਾਸ। ਸਹੀ ਆ। ਫਿਰ ਜਦ ਸਕੂਲੇ ਜਾਂਦੇ ਆ, ਫਿਰ ਜਿੱਦਾਂ ਜਿਹੜੀ ਆਪਾਂ ਇੱਥੇ ਦੇ ਲੋਕਤੰਤਰ ਦੀ ਇਤਿਹਾਸ ਆ, ਫਿਰ ਉਹਨਾਂ ਨੂੰ ਪੜ੍ਹਾਇਆ ਵੀ ਜਾਂਦਾ ਵੀ ਕਿਹੜਾ ਰਾਜਾ ਕੀ ਉਹਨੂੰ ਕੀਤਾ, ਕਾ ਸਾਰਾ ਹੋਇਆ। ਅਸੀਂ ਤਾਂ ਬਾਤਾਂ ਹੀ ਸੁਣਦੇ ਨੇ। ਅੱਛਾ, ਫਿਰ ਉਹ ਗੱਲ ਕਾਹਦੀ ਵੀ ਉਹ ਐਮਿਲੀ ਜਿਹੜੀ ਸੀ ਬਹੁਤ ਚੁਸਤ ਸੀ। ਠੀਕ। ਉਹਨੂੰ ਫਿਰ ਜਾਣੀ ਮਤਲਬ ਇਹ ਪਤਾ ਲੱਗਾ ਵੀ ਆ ਜੋ ਕੋਈ ਇੱਥੇ ਘਟਨਾ ਸੁਣਦੇ ਆ ਵੀ ਜਿਹੜੇ ਦਰੜ ਦਿੱਤੇ ਸੀ ਪੁਲਿਸ ਨੇ, ਵੀ ਉਹ ਤਾਂ ਵੋਟ ਦਾ ਅਧਿਕਾਰ ਹੀ ਮੰਗਦੇ ਸੀ। ਹਾਂਜੀ। ਠੀਕ। ਵੀ ਇਹ ਤਾਂ ਮਿਲਣਾ ਚਾਹੀਦਾ। ਫਿਰ ਉਹ ਬੜੀ ਗੱਲ ਆ ਵੀ ਉਹਨੂੰ ਪਤਾ ਲੱਗਾ ਵੀ ਇੱਥੇ ਔਰਤਾਂ ਨੇ ਆਲਰੇਡੀ ਇੱਕ ਸੰਗਠਨ ਬਣਾਇਆ, ਵਿਮਨਸ ਫਰੈਂਚਾਈਜ਼ ਲੀਗ। ਠੀਕ ਆ। ਜਾਣੀ ਉਹ 14 ਸਾਲ ਦੀ ਉਮਰ 'ਚ ਉਹਨਾਂ ਦੀ ਇੱਕ
ਕਾਨਫਰੰਸ ਲਈ ਖਿਆਲ ਸੁਣਨ ਗਈ ਸੀ। 14 ਸਾਲ ਦੀ ਉਮਰ 'ਚ। ਹਾਂ, ਤੇ ਜਦ ਉਹ ਗਈ ਤਾਂ ਉਹ ਜਦ ਉਹਨੂੰ ਸੁਣਿਆ ਤਾਂ ਉਹਨੂੰ ਬਹੁਤ ਉਹਨੂੰ ਖਿਆਲ ਚੰਗੇ ਲੱਗੇ। ਤਾਂ ਉਹਨੇ ਆਪਣੇ ਮਾਂ-ਬਾਪ ਨੂੰ ਕਿਹਾ ਵੀ ਦੇਖੋ ਇਹ ਤਾਂ ਬਹੁਤ ਚੰਗੀ ਗੱਲ ਹੈ। ਤਾਂ ਉਹ ਫਿਰ ਬਾਪ ਕਹਿੰਦਾ ਵੀ ਪਹਿਲਾਂ ਤੂੰ ਪੜ੍ਹਾਈ ਦਾ ਕਰ। ਠੀਕ। ਉਹਨੇ ਕਿਹਾ ਵੀ ਮੈਂ ਤੇਰੇ ਹੱਕ 'ਚ ਹਾਂ, ਵੀ ਅਸੀਂ ਵੀ ਚਾਹੁੰਦੇ ਹਾਂ, ਪਰ ਫਿਰ ਪੜ੍ਹਾਈ, ਉਹਨੇ ਕਿਹਾ ਵੀ ਪੜ੍ਹਾਈ ਵੀ ਮੈਂ ਜ਼ਰੂਰ ਕਰਾਂਗੀ। ਫਿਰ ਉਹ ਜਾਣੀ ਪੈਰਿਸ ਵੀ ਗਈ ਪੜ੍ਹਨ, ਕਿਉਂਕਿ ਆ ਜਿਹੜਾ ਮੁਲਕ ਆ ਇਹ ਤਾਂ ਤੁਹਾਨੂੰ ਪਤਾ ਕਾਫੀ ਆਜ਼ਾਦੀ ਇਹਨਾਂ ਨੂੰ। ਹਾਂਜੀ ਠੀਕ। ਪਰ ਉਹ ਜਿਸ ਵੇਲੇ ਉੱਥੇ ਗਈ ਤਾਂ ਉੱਥੇ ਫਿਰ ਪੈਰਿਸ ਦੇ ਵਿੱਚ ਜਦ ਉਹਨੂੰ ਉੱਥੇ ਦਾ ਵੀ ਇਤਿਹਾਸ ਪੜ੍ਹਿਆ ਵੀ ਉੱਥੇ ਕਿੱਦਾਂ ਰੈਵੋਲੂਸ਼ਨ ਆਇਆ, ਜਾਣੀ ਫਰਾਂਸ ਦੇ ਰੈਵੋਲੂਸ਼ਨ ਬਾਰੇ। ਉਹ ਰੈਵੋਲੂਸ਼ਨ ਵੀ 14 ਜੁਲਾਈ ਨੂੰ ਆਇਆ ਸੀ। ਠੀਕ। ਕਿਉਂਕਿ ਇਹ ਵੀ ਉਹ ਕਹਿੰਦੀ ਵੀ ਇਹ ਤਾਂ ਮੇਰਾ ਜਨਮ ਦਿਨ ਹੈ। ਹਾਂਜੀ ਠੀਕ। ਵੀ ਮੈਂ 14 ਜੁਲਾਈ 1858 ਨੂੰ ਬੋਰਨ ਹੋਈ ਹਾਂ। ਉਹ 14 ਜੁਲਾਈ 1789 ਨੂੰ ਆਇਆ ਸੀ। ਕਿਉਂਕਿ ਜਿਹੜਾ ਹੈ ਨਾ ਲੋਕ ਜਾਂਦੇ ਪੈਰਿਸ ਦੇ ਵਿੱਚ। ਇਹ ਬਹੁਤ ਵਧੀਆ ਤੁਸੀਂ ਗੱਲ ਕੀਤੀ, ਜਿਹੜਾ ਡੇਟ ਆਫ ਬਰਥ ਦਾ ਜ਼ਿਕਰ ਕੀਤਾ। 14 ਜੁਲਾਈ 1858 ਨੂੰ ਜਨਮ ਹੁੰਦਾ ਤੇ ਅੱਜ ਵੀ ਉਹੀ ਡੇਟ ਹੈ। ਇਸ ਕਰਕੇ ਇਹ ਨਹੀਂ ਦੇਖੋ ਬੜੀ ਤਾਂ ਗੱਲ ਹੈ, ਪਰ ਬੜੀ ਤਾਂ ਗੱਲ ਹੈ ਵੀ ਜਦ ਉਹਨੂੰ ਪੈਰਿਸ ਦੇ ਵਿੱਚ ਪਤਾ ਲੱਗਾ ਵੀ ਇਸੇ ਦਿਨ 'ਚ ਤਾਂ 1799 ਨੂੰ 1789 ਨੂੰ ਜਿਹੜਾ ਰਾਜਾ ਹੈ ਉਹਨੂੰ ਦੜਾਤਾ ਸੀ ਵੀ ਇੱਥੇ ਤਾਂ ਕ੍ਰਾਂਤੀ ਆ ਗਈ ਸੀ, ਵੀ ਜਦ ਇਹ ਲੋਕ ਲਿਆ ਸਕਦੇ ਤਾਂ ਅਸੀਂ ਨਹੀਂ ਲਿਆ ਸਕਦੇ। ਜਾਣੀ ਉਹਦਾ ਜਾਣੀ ਇੰਨਾ ਇਰਾਦਾ ਪੱਕਾ ਹੋ ਗਿਆ ਵੀ ਮੈਂ ਜੋ ਕੁਝ ਸੰਕਲਪ ਲਿਆ ਹੈ। ਹਾਂਜੀ। ਵੀ ਮੈਂ ਉੱਤੇ ਦਰੇੜਿਆਂ ਤਾਂ ਪਰ ਫਿਰ ਮੁੜ ਕੇ ਆ ਗਈ ਮਾਨਚੈਸਟਰ। ਜਿਹੜੀ ਮੁੜ ਕੇ ਜਦ ਆ ਗਈ ਮਾਨਚੈਸਟਰ ਤਾਂ ਮਾਪਿਆਂ ਨੂੰ ਪੁੱਛਿਆ ਵੀ ਕਿੰਨੀ ਕੁ ਪੜ੍ਹਾਈ ਕੀਤੀ। ਉਹਨੇ ਕਿਹਾ ਵੀ ਆਹ ਕੁਛ ਕੀਤਾ, ਤੇ ਨਾਲ ਉਹਨੇ ਕਿਹਾ ਵੀ ਸ਼ਾਦੀ ਵੀ ਜੇ ਕਰਾਉਣੀ ਤਾਂ ਕਰਾ ਲਾ। ਫਿਰ ਸ਼ਾਦੀ ਉਹਨੂੰ ਕਰਾਈ ਜਾਣੀ। ਠੀਕ। ਸ਼ਾਦੀ ਕਰਾਈ ਜਿਹੜੀ ਜਿੱਦਾਂ ਆਪਾਂ ਨਾਂ ਕੀਤਾ ਰਿਚਰਡ ਪੈਂਕਹਰਸਟ। ਹਾਂਜੀ। ਉਹ ਬੈਰਿਸਟਰ ਸੀ, ਬੈਰਿਸਟਰ ਸੀਗਾ। ਤੇ ਪਰ ਬੜੀ ਤਾਂ ਗੱਲ ਆ ਵੀ ਉਹ ਜਾਣੀ ਮਤਲਬ ਉਹਦੇ ਮਨ ਦੇ ਵਿੱਚ ਸੀ ਵੀ ਮੈਂ ਜਾਣੀ ਕੁਝ ਕਰਨਾ, ਵੀ ਜਿਹੜੀ ਆ ਵੂਮਨਜ਼ ਫਰੈਂਚਾਈਜ਼ ਲੀਗ ਆ ਉਹਨੇ ਇਰਾਦਾ ਆਪਣਾ ਪੱਕਾ ਕਰ ਲਿਆ ਸੀ ਮੈਂ ਕਰਨਾ। ਹਾਂ ਹਾਂ। ਅੱਛਾ ਚੌਹਾਨ ਸਾਹਿਬ, ਜਿਹੜੀ ਐਮਲਿਨ ਪੈਂਕਹਰਸਟ ਸੀਗੀ, ਇਹਨੇ ਨਾਰੀ ਦੇ ਵੋਟ ਦੇ ਅਧਿਕਾਰ ਸੰਘਰਸ਼ ਵਿੱਚ ਕਦੋਂ ਸ਼ੁਰੂਆਤ ਕੀਤੀ ਅਤੇ ਪ੍ਰੇਰਨਾ ਇਹਨੂੰ ਕਿੱਥੋਂ ਮਿਲੀ? ਦੇਖੋ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਵੀ 14 ਸਾਲ ਦੀ ਉਮਰ ਦੇ ਵਿੱਚ ਵੂਮਨਜ਼ ਫਰੈਂਚਾਈਜ਼ ਲੀਗ ਦੇ ਕਾਨਫਰੰਸ ਗਈ ਸੀ। ਉੱਥੋਂ ਇਹਨੂੰ ਸਾਰਾ ਹੋਇਆ ਵੀ ਜਿਹੜੀ ਮਤਲਬ ਹੈ ਵੀ ਇਹ ਲੋਕ, ਇਹ ਜਿਹੜੀਆਂ ਨਾਰੀਆਂ ਇਹ ਮਤਲਬ ਹੈ ਹੱਕ ਮੰਗਦੀਆਂ। ਠੀਕ। ਵੀ ਸਾਨੂੰ ਅਧਿਕਾਰ ਮਿਲਣਾ ਚਾਹੀਦਾ। ਪਰ ਬੜੀ ਤਾਂ ਗੱਲ ਆ ਵੀ ਸੀ ਰੁਕਾਵਟਾਂ ਇੰਨੀਆਂ ਸੀ ਵੀ ਉਦੋਂ ਜਿਹੜੇ ਬੰਦੇ ਸੀ ਉਹਨਾਂ ਦੀਆਂ ਵੀ ਨਹੀਂ ਸੀ ਸਾਰਿਆਂ ਦੀਆਂ ਵੋਟਾਂ, ਕਿਉਂਕਿ ਜਿਹੜੇ ਜ਼ਿਆਦਾ ਜਿਹੜੇ ਅੱਪਰ ਕਲਾਸ ਲੋਕ ਸੀ ਉਹਨਾਂ ਦੀਆਂ ਵੋਟਾਂ ਸੀ, ਜਿਨ੍ਹਾਂ ਦੀਆਂ ਜ਼ਮੀਨਾਂ ਸੀ। ਪਰ ਉਹ ਫਿਰ ਜਦ ਉਹਨੂੰ ਪੜ੍ਹਿਆ ਵੀ ਜਿਹੜਾ ਇੱਥੇ ਜੋ ਕੁਝ ਹੋ ਰਿਹਾ, ਕਿਉਂਕਿ ਉਹ ਪੜ੍ਹਾਈ 'ਚ ਬਹੁਤ ਯਕੀਨ ਰੱਖਦੀ ਸੀ। ਉਹ ਜਿਹੜੀ ਵੂਮਨਜ਼ ਫਰੈਂਚਾਈਜ਼ ਲੀਗ ਸੀਗੀ, ਉਹ ਜਿਹੜਾ ਕੰਮ ਕਰਦੀ ਸੀ ਤਾਂ ਉਹ ਆਪਣੇ ਐਮਪੀਆਂ ਨੂੰ ਕਹਿੰਦੇ ਸੀ ਵੀ ਤੁਸੀਂ ਸਾਡੀ ਵੋਟ ਬਾਰੇ ਫੈਸਲਾ ਕਿਉਂ ਨਹੀਂ ਕਰਦੇ। ਉਹਨੂੰ ਫਿਰ ਜਦ ਪੜ੍ਹਿਆ ਵੀ 1867 ਦੇ ਵਿੱਚ ਜਿਹੜੀ ਹਾਊਸ ਆਫ ਕਾਮਨਸ ਆ, ਹਾਂਜੀ, ਇਹਦੇ ਵਿੱਚ ਇੱਕ ਮੈਂਬਰ ਨੇ ਕਿਹਾ ਵੀ ਮੈਂ ਬਿੱਲ ਲਿਆ ਰਿਹਾ ਪ੍ਰਸਤਾਵ ਵੀ ਇਹ ਜਿਹੜੇ ਦੱਸਣ ਵੀ ਵੋਟਾਂ ਮਿਲਣੀਆਂ ਚਾਹੀਦੀਆਂ ਜਾਂ ਨਹੀਂ ਨਾਰੀ ਜਾਤੀ ਵਾਸਤੇ। ਉਹ ਜੀ ਹਾਊਸ ਆਫ ਕਾਮਨ ਦੇ ਵਿੱਚ ਬਹਿਸ ਹੋਈ ਤਾਂ ਵੋਟ ਪਈ, ਯਾਨੀ ਸਿਰਫ 73 ਐਮਪੀਜ਼ ਨੇ ਕਿਹਾ ਵੀ ਇਹਨਾਂ ਨੂੰ ਵੋਟ ਮਿਲਣੀ ਚਾਹੀਦੀ ਹੈ, ਤਾਂ 194 ਨੇ ਕਿਹਾ ਵੀ ਨਹੀਂ ਮਿਲਣੀ ਚਾਹੀਦੀ, ਨਹੀਂ ਚਾਹੀਦੀ। ਪਰ ਉਹ ਉਹਨੇ ਕਿਹਾ ਵੀ ਲੋਕ ਕਰਦੇ ਕੀ ਹੈ ਵੀ ਮੁਲਕ ਤਾਂ ਇਕੱਲੇ ਬੰਦਿਆਂ ਦਾ ਨਹੀਂ, ਵੀ ਜਿਹੜੀ ਫੀਮੇਲ ਆ ਇਹਨਾਂ ਦਾ ਵੀ ਨਾਲ ਹੈ। ਠੀਕ। ਹਾਂ ਇੱਦਾਂ ਜਾਣੀ। ਅੱਛਾ ਇੱਕ ਮੈਂ ਸਵਾਲ, ਮੈਨੂੰ ਲੱਗਦਾ ਕਿ ਤੁਸੀਂ ਇਹਨੂੰ ਕਵਰ ਕਰ ਗਏ, ਫਿਰ ਵੀ ਅਗਰ ਕੁਛ ਹੋਰ ਐਡ ਕਰਨਾ ਹੋਵੇ ਤਾਂ ਕਰ ਲਓ। ਵੀ ਐਮਲਿਨ ਪੈਂਕਹਰਸਟ ਦੀ ਸ਼ਾਦੀ ਅਤੇ ਪਤੀ ਬਾਰੇ ਤੁਸੀਂ ਕਾਫੀ ਦੱਸਿਆ, ਹੋਰ ਦੱਸਣ ਦੀ ਲੋੜ ਹੈਗੀ ਹੈ? ਨਹੀਂ ਦੇਖੋ ਬੜੀ ਤਾਂ ਬਹੁਤ ਜ਼ਰੂਰ ਆ, ਕਿਉਂਕਿ ਜੇ ਤੁਹਾਡਾ ਹਸਬੈਂਡ ਜਿਹੜਾ ਹਾਂਜੀ ਉਹ ਤੁਹਾਡੇ ਖਿਆਲਾਂ ਦੇ ਨਾਲ ਸਹਿਮਤ ਨਹੀਂ ਫਿਰ ਮੁਸ਼ਕਲ ਹੁੰਦੀ ਹੈ, ਕਿਉਂਕਿ ਉਹ ਸ਼ਾਦੀ ਤੋਂ ਪੰਜਾਬੀ ਤਾਂ ਘੱਟ ਹੀ ਹੈ ਨਹੀਂ, ਪਰ ਬੜੀ ਤਾਂ ਗੱਲ ਆ ਵੀ ਉਹ ਇੱਕ ਦੂਜੇ ਨੂੰ ਜਾਣਦੇ ਸੀ। ਠੀਕ। ਹਾਂ, ਕਿਉਂਕਿ ਉਹ ਸਾਰੇ ਮਤਲਬ ਇੱਕ ਦੂਜੇ ਦੇ ਖਿਆਲਾਂ ਨੂੰ ਜਾਣਦੇ ਸੀਗੇ। ਉਹ ਨਹੀਂ ਜਾਣੀ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਸੀਗੇ। ਉਹ ਫਿਰ ਜਾਣੀ ਉਹਨੇ ਮਨ ਬਣਾ ਲਿਆ ਵੀ ਆਪਾਂ ਸ਼ਾਦੀ ਕਰਾਉਣੀ। ਉਹ ਖੁਦ ਜਾਣੀ ਚਾਹੁੰਦਾ ਸੀ ਵੀ ਜੋ ਕੁਝ ਤੁਸੀਂ ਕਰ ਰਹੇ ਹੋ ਮੈਂ ਵੀ ਕਰ ਰਿਹਾ। ਹਾਲਾਂਕਿ ਉਹ ਬੈਰਿਸਟਰ ਸੀਗਾ, ਉਹਦੀ ਜੌਬ ਵੀ ਬਿਜ਼ੀ ਸੀ। ਉਹਨੇ ਕਿਹਾ ਵੀ ਮੈਂ ਤੇਰੇ ਨਾਲ ਆ ਪੂਰਾ, ਵੀ ਮੈਂ ਪੂਰਾ ਤੈਨੂੰ ਫਾਈਨੈਂਸ਼ਲੀ ਵੀ ਟਾਈਮ ਵੀ ਦੇਵਾਂਗਾ, ਬੱਚਿਆਂ ਦਾ ਤਾਂ ਕਰਨਾ ਹੀ ਹੈ। ਹਾਂਜੀ ਹਾਂਜੀ। ਕਿਉਂਕਿ ਦੇਖੋ ਵੀ ਜਿਹੜੇ ਉਹਨਾਂ ਦੇ ਬੱਚੇ 5 ਬੱਚੇ ਹੋਏ ਜਾਣੇ, ਅਤੇ ਜਾਣੀ ਉਹਨੇ ਉਹਨਾਂ ਦੀ ਵੀ ਦੇਖਭਾਲ ਕੀਤੀ। ਪਰ ਇਸ ਕੋਜ਼ ਲਈ
ਉਹਨੇ ਬਹੁਤ ਕੁਝ ਕੀਤਾ। ਅੱਛਾ, ਉਹਦੇ 5 ਬੱਚੇ ਸੀਗੇ। ਮੇਰਾ ਅਗਲਾ ਜਿਹੜਾ ਸਵਾਲ ਮੇਰਾ ਇਹ ਆ ਕਿ ਵੀ ਐਮਿਲੀ ਦੇ ਪਤੀ ਅਤੇ ਬੱਚਿਆਂ ਨੇ ਕਿਵੇਂ ਅੰਦੋਲਨ ਵਿੱਚ ਭੂਮਿਕਾ ਨਿਭਾਈ? ਕਿਉਂਕਿ ਦੇਖੋ ਜਿਹੜਾ ਟਾਈਮ ਹੈ ਆਪਾਂ ਜ਼ਿਕਰ ਕਰ ਰਹੇ ਹਾਂ, ਹਾਂਜੀ, ਇਹਨੂੰ ਵਿਕਟੋਰੀਅਨ ਪੀਰੀਅਡ ਕਿਹਾ ਜਾਂਦਾ। ਜਿਹੜੀ ਵਿਕਟੋਰੀਆ ਨਾ ਇਸ ਮੁਲਕ ਦੀ ਰਾਣੀ ਹੋਈ ਹੈ UK ਦੀ, ਉਹ 1837 ਤੋਂ 1901 ਤੱਕ ਰਹੀ ਹੈ। ਠੀਕ। ਕਿਉਂਕਿ ਇਹ ਜਿਹੜਾ ਕਾਲ ਹੈ ਇਹਦੇ ਵਿੱਚ ਜੋ ਕੁਝ ਹੋਇਆ, ਔਰ ਇਹ ਜਾਣੀ ਜਿਹੜਾ ਕਪਲ ਹੈ, ਹਾਂਜੀ, ਐਮਿਲੀਨ ਤੇ ਰਿਚਰਡ, ਇਹ ਬੈਸਟ ਕਪਲ ਹੈ। ਕਿਉਂਕਿ ਨਹੀਂ ਤਾਂ ਬੰਦਾ ਕੁਛ ਕਰਦਾ, ਜਨਾਨੀ ਕਹਿੰਦੀ ਮੈਂ ਨਹੀਂ ਕਰਨਾ ਪਰ ਉਹਨਾਂ ਦੀ ਇੰਨੀ ਸਲਾਹ ਸੀ ਨਾ ਉਹਨੇ। ਔਰ ਬੱਚੇ ਵੀ ਤੁਸੀਂ ਦੇਖੋ, ਇੱਕ ਬੱਚਾ ਤਾਂ ਬਿਨਾਂ ਇਲਾਜ ਤੋਂ ਮਰ ਗਿਆ ਲੜਕਾ, ਫਿਰ ਇੱਕ ਲੜਕਾ ਜਿਹੜਾ ਉਹ ਵੀ ਬਾਅਦ ਦੇ ਵਿੱਚ ਉਹਦੀ ਸਿਹਤ ਨਹੀਂ ਠੀਕ, ਪਰ ਤਿੰਨੇ ਹੀ ਲੜਕੀਆਂ ਜੀਵਤ ਰਹੀਆਂ। ਔਰ ਉਹਨੇ ਪੂਰਾ ਸੰਘਰਸ਼ ਦੇ ਵਿੱਚ ਸਾਥ ਦਿੱਤਾ। ਕਿਉਂਕਿ ਉਹ ਵੀ ਜਾਣੀ ਪੜ੍ਹਾਈ ਦੇ ਨਾਲ ਨਾਲ ਜਾਣੀ ਲੋਕਾਂ ਨੂੰ ਜਾਗਰਤ ਕਰਨ ਦਾ ਵੀ ਇਹ ਜਿਹੜੀ ਵੋਟ ਆ ਜ਼ਰੂਰ ਮਿਲਣੀ ਚਾਹੀਦੀ। ਅੱਛਾ ਜਹਾਨ, ਉਸ ਵੇਲੇ ਜਿਹੜਾ UK ਦੀ ਜਿਹੜੀ ਰਾਜਨੀਤੀ ਸੀ ਉਹਦੀ ਸਥਿਤੀ ਕਿਹੋ ਜਿਹੀ ਸੀ, ਕਿੱਦਾਂ ਦੀ ਸੀਗੀ? ਔਰ ਨਾਲ ਜਿਹੜੀ ਵੀ ਆਪਾਂ ਜਾਣਦੇ ਹਾਂ ਵੀ ਜਿਹੜੀ ਵੱਖ-ਵੱਖ ਪਾਰਟੀਆਂ ਸੀ, ਉਹਨਾਂ ਦਾ ਅੰਦੋਲਨ ਪ੍ਰਤੀ ਕੀ ਪ੍ਰਤੀਕਰਮ ਸੀਗਾ? ਦੇਖੋ, ਜਿਹੜਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਦੇਖੋ ਜਿਹੜਾ ਹਾਊਸ ਆਫ ਕਾਮਨਸ ਨੇ ਜਿਹੜੀ ਵੋਟ ਪਾਈ ਸੀ, ਉਹ ਤੋਂ ਹੀ ਲੱਗਦਾ ਵੀ ਉਹ ਜਿਹੜੇ MP ਕਿੰਨੇ ਵਿਰੋਧ ਸੀ। ਕਿਉਂਕਿ ਉਸ ਵਕਤ ਜਿਹੜੀਆਂ 2 ਪਾਰਟੀਆਂ ਇਸ ਮੁਲਕ ਡੋਮੀਨੈਂਟ ਸੀ, ਕੰਜ਼ਰਵੇਟਿਵ ਤੇ ਲਿਬਰਲ। ਠੀਕ। ਔਰ ਇਹ ਸਾਰੇ ਅਪਰ ਕਲਾਸ ਦੇ ਹੀ ਸੀ। ਇਹਨਾਂ ਦੇ ਕੋਲ ਜ਼ਮੀਨਾਂ ਸੀਗੀਆਂ ਬਹੁਤ, ਲੈਂਡਲੋਡ ਸੀਗੇ। ਲੈਂਡਸੋਨ ਜਿੱਦਾਂ ਹੁਣ ਮਾਈਨਿੰਗ ਇੰਡਸਟਰੀ ਕਿੱਡੀ ਵੱਡੀ ਸੀ, ਉਹਨਾਂ ਦੀਆਂ ਜ਼ਮੀਨਾਂ 'ਚ ਕੋਲਾ ਨਿਕਲਦਾ ਸੀ, ਹੋਰ ਧਾਤਾਂ ਨਿਕਲਦੀਆਂ ਸੀ, ਔਰ ਬੈਂਕਾਂ ਉਹਨਾਂ ਦੀਆਂ ਸੀਗੀਆਂ, ਸਾਰਾ ਕੁਝ ਸੀਗਾ। ਉਹ ਜਾਣੀ ਕਦੇ ਉਹਨਾਂ ਦਾ 5 ਸਾਲ ਰਾਜ ਜਾਂਦਾ, ਕਦੇ ਉਹਨਾਂ ਦਾ। ਫਿਰ ਉਹ ਇੱਦਾਂ ਇਸੇ ਟਾਈਮ ਦੇ ਵਿੱਚ ਜਿਹੜੀ ਵਰਕਿੰਗ ਕਲਾਸ ਆ, ਉਹਨੇ ਵੀ ਕਿਹਾ ਵੀ ਅਸੀਂ ਵੀ ਕੰਮ ਕਰਦੇ ਹਾਂ, ਵੀ ਯੂਨੀਅਨਾਂ ਬਣਾਈਏ। ਉਹਨੇ ਫਿਰ ਜਾਣੀ ਉਹ ਬਣ ਨਹੀਂ ਦਿੰਦੇ ਪਹਿਲਾਂ, ਉਹਨੇ ਕਿਹਾ ਵੀ ਤੁਸੀਂ ਤੁਹਾਨੂੰ ਰੈਕਗਨਾਈਜ਼ ਨਹੀਂ ਕਰਨਾ। ਪਰ ਉਹ ਜਦ ਇਕੱਠੇ ਹੋ ਗਏ ਲੋਕ ਤਾਂ ਯੂਨੀਅਨਾਂ ਬਣ ਗਈਆਂ, ਫਿਰ ਟ੍ਰੇਡ ਯੂਨੀਅਨ ਕੌਂਸਲ ਬਣੀ। ਠੀਕ। ਫਿਰ ਉਹ ਇੱਦਾਂ ਸੀ ਵੀ ਉਹ ਜਾਣੀ ਉਹਨੇ ਕਿਹਾ ਵੀ ਉਹਨਾਂ ਦੇ ਵਿੱਚੋਂ ਇੱਕ ਜੇਮਸ ਕੇਅਰ ਹਾਰਡੀ ਸੀ, ਉਹ ਕਹਿੰਦਾ ਵੀ ਹੁਣ ਜਾਂ ਯੂਨੀਅਨਾਂ ਬਣਾ ਲਈਆਂ ਵੀ ਪਾਰਟੀ ਵੀ ਬਣਾਈਏ। ਉਹਨੇ ਫਿਰ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਈ। ਉਹਨੂੰ ਵੀ ਬਹੁਤ ਰੋਕਦੇ ਸੀ ਵੀ ਤੂੰ ਕਿਉਂ ਬਣਾਉਣਾ, ਉਹਨੇ ਕਿਹਾ ਵੀ ਨਹੀਂ ਵੀ ਜਦ ਹੁਣ ਇਹ ਜ਼ਰੂਰ ਬਣਾਉਣੀ। ਪਰ ਉਹ ਹੁਣ ਇੱਥੇ ਦੱਸਣਾ ਜ਼ਰੂਰੀ ਆ ਵੀ ਉਹ ਜਿਹੜੀ ਇੰਡੀਪੈਂਡੈਂਟ ਲੇਬਰ ਪਾਰਟੀ ਸੀ, ਉਹ ਕਹਿੰਦੇ ਸੀ ਵੀ ਭਾਵੇਂ ਅਸੀਂ ਨਵੀਂ ਪਾਰਟੀ ਬਣਾਈ ਆ ਵੀ ਅਸੀਂ ਤੁਹਾਡੇ ਨਾਲ ਆ, ਵੀ ਇਹ ਜਿਹੜਾ ਵੋਟ ਦਾ ਤੁਸੀਂ ਅੰਦੋਲਨ ਹੈ ਇਹਨੂੰ ਜਾਰੀ ਰੱਖੋ, ਅਸੀਂ ਤੁਹਾਡੀ ਹੈਲਪ ਕਰਾਂਗੇ। ਕਿਉਂਕਿ ਇੱਕ ਤਾਂ ਉਹ ਇੱਕੋ ਹੀ ਪਹਿਲਾਂ MP ਬਣਿਆ ਸੀ, ਉਹ ਜਾਣੀ ਪਹਿਲਾਂ ਇੱਕੋ ਹੀ ਉਹ ਬੰਦਾ ਬਣਿਆ ਸੀ। 1893 'ਚ ਉਹਨੇ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਈ, ਫਿਰ 1900 'ਚ ਉਹਦਾ ਨਾਮ ਬਦਲ ਕੇ ਫਿਰ ਲੇਬਰ ਪਾਰਟੀ ਬਣ ਗਈ। ਠੀਕ। ਪਰ ਉਹ ਫਿਰ ਜਿਹੜੇ ਲੋਕ ਸੀਗੇ ਉਹ ਕਹਿੰਦੇ ਵੀ ਜਿੰਨੇ ਸਾਡੇ ਕੋਲ ਸਾਧਨ ਆ ਵੀ ਅਸੀਂ ਤੁਹਾਡੀ ਮਦਦ ਕਰਾਂਗੇ। ਜਾਣੀ ਹੁਣ ਤੁਹਾਨੂੰ ਪਤਾ ਵੀ ਜਿਹੜਾ ਇੱਕ ਤਾਂ ਚੰਗੀ ਗੱਲ ਹੋਈ ਵੀ ਹਾਊਸ ਆਫ ਕਾਮਨਸ ਤੇ ਇੱਕ ਆਵਾਜ਼ ਤਾਂ ਪਹੁੰਚੀ। ਬਿਲਕੁਲ। ਕਿਉਂਕਿ ਉਹ ਜਦ ਮੈਂਬਰ ਬਣ ਗਿਆ ਤਾਂ ਫਿਰ ਪਹੁੰਚੀ ਉਹ ਗੱਲ। ਅੱਛਾ, ਜਿਹੜਾ ਰਿਚਰਡ ਪੰਖਸ ਸੀਗਾ, ਉਹਦੀ ਡੈਥ ਹੋ ਜਾਂਦੀ ਹੈ 1898 ਵਿੱਚ। ਪਰ ਉਹਦੀ ਮੌਤ ਤੋਂ ਬਾਅਦ ਵਿੱਚ ਐਮਿਲੀ ਨੇ ਕਿਵੇਂ ਨਾਰੀ ਅੰਦੋਲਨ ਨੂੰ ਜਾਰੀ ਰੱਖਿਆ? ਦੇਖੋ, ਇਹ ਜਿਹੜੀ ਵੱਡੀ ਤਾਂ ਗੱਲ ਆ ਵੀ ਉਦੋਂ ਉਹਦੀ ਸਿਰਫ 58 ਸਾਲ ਦੀ ਉਮਰ ਸੀ। ਕਿਉਂਕਿ ਜਿਹੜਾ ਮੌਤ ਆ ਇਹਦਾ ਤਾਂ ਬੰਦੇ ਨੂੰ ਪਤਾ ਹੀ ਨਹੀਂ ਹੈਗਾ। ਉਹ ਜਾਣੀ ਉਹਨਾਂ ਲਈ ਬਹੁਤ ਸਦਮਾ ਸੀ, ਕਿਉਂਕਿ ਬਹੁਤ ਜਾਣੀ ਉਹਨੂੰ ਸਦਮਾ ਪਹੁੰਚਾ, ਬੱਚਿਆਂ ਨੂੰ ਵੀ ਤੇ ਮੂਵਮੈਂਟ ਨੂੰ ਵੀ, ਕਿਉਂਕਿ ਉਹ ਇਕੱਲੇ ਘਰ ਦੀ ਗੱਲ ਨਹੀਂ ਸੀ। ਕਿਉਂਕਿ ਉਸ ਉਮਰ 40 ਸਾਲ ਦੀ ਬਣਦੀ ਹੈ 58 ਤੋਂ ਲੈ ਕੇ, ਕਿਉਂਕਿ 58 ਨਹੀਂ, ਉਹਦੀ 58 ਸਾਲ ਦੀ ਉਮਰ 'ਚ ਉਹਦੀ ਡੈਥ ਹੋਈ ਸੀ। ਉਹਦੀ ਉਮਰ ਉਹਦੀ ਉਮਰ 58 ਸੀ। ਠੀਕ, ਮੈਂ ਸਮਝ ਗਿਆ। ਤੇ ਬਾਕੀ ਉਹ ਦੇਖੋ ਬਹੁਤ ਸਦਮਾ ਹੋਇਆ, ਪਰ ਫਿਰ ਵੀ ਦੇਖੋ ਵੀ ਉਹ ਜਿਹੜੀ ਐਮਿਲੀਨ ਸੀ, ਕਿਉਂਕਿ ਉਹਨੇ ਮਨ ਨੂੰ ਸਮਝਾ ਲਿਆ ਵੀ ਜਿਹੜਾ ਉਹਦਾ ਕੋਚ ਸੀਗਾ ਵੀ ਉਹਨੂੰ ਸਿਰੇ ਚੜਾਉਣਾ। ਉਹਨੇ ਬੱਚਿਆਂ ਨੂੰ ਵੀ ਸਮਝਾਇਆ, ਫਿਰ ਸਾਰਿਆਂ ਨੂੰ ਸਮਝਾਇਆ। ਔਰ ਉਹਨੂੰ ਫਿਰ ਇੱਦਾਂ ਸੀ ਵੀ ਜਿਹੜੀ ਵੂਮਨਸ ਫਰੈਂਚਸ ਲੀਗ ਸੀਗੀ, ਉਹਦਾ ਕੰਮ ਬਹੁਤ ਜ਼ਿਆਦਾ ਸੀ, ਪਰ ਉਹ ਸਰਕਾਰ 'ਤੇ ਕੋਈ ਅਸਰ ਨਹੀਂ ਸੀ ਪੈਂਦਾ। ਜਾਣੀ ਉਹਨੇ ਕਿਹਾ ਵੀ ਭਾਵੇਂ ਮੇਰੇ ਹਸਬੈਂਡ ਦੀ ਵੀ ਇਹ ਨਾ ਸਮਝਿਓ ਵੀ ਮੈਂ ਮਤਲਬ ਤਕਲੀਫ 'ਚ ਹਾਂ, ਪਰ ਬੜੀ ਗੱਲ ਆ ਵੀ ਉਹਨੂੰ ਜੋਬ ਕਰ ਲਈ ਸੀ। ਜਾਣੀ ਰਜਿਸਟਰਾਰ ਦੀ ਜੋਬ ਉਹਨੂੰ ਮਿਲ ਗਈ ਸੀ, ਕਿਉਂਕਿ ਪੈਸੇ ਵੀ ਤਾਂ ਚਾਹੀਦੇ ਸੀ। ਠੀਕ। ਪਰ ਫਿਰ ਵੀ ਉਹ ਜਿਹੜਾ ਜਦ ਬਾਕੀ ਟਾਈਮ ਹੁੰਦਾ ਸੀ ਉਹ ਮੂਵਮੈਂਟ ਨੂੰ ਦਿੰਦੀ ਸੀ।
क्या बात अच्छा ਫਕੀਰ ਚੰਦ ਜੀ ਜਿਹੜਾ ਇਹ ਅੰਦੋਲਨ ਇਹਦੇ ਵਿੱਚ ਕਈ ਉਤਰਾਅ ਚੜਾਅ ਵੀ ਆਉਂਦੇ ਹਰ ਵਿੱਚ ਐਮਲੀਨ ਪੰਖ ਹੋਸਟ ਨੇ ਅੰਦੋਲਨ ਨੂੰ ਗਤੀ ਦੇਣ ਵਾਸਤੇ ਕਿਹੜੇ ਸੰਗਠਨ ਦੀ ਸਥਾਪਨਾ ਕੀਤੀ ਜਿੱਦਾਂ ਹੁਣ ਦੇਖੋ ਆਪਾਂ ਕਾਮਯਾਬ ਹੋਏ ਹਾਂ ਦੇਖੋ ਜਿਹੜਾ ਵੂਮਨਸ ਫਰੈਂਚਾਈਜ਼ ਲੀਗ ਸੀ ਉਹਨੂੰ ਉਹਨਾਂ ਦੇ ਮੈਂਬਰਾਂ ਨੂੰ ਕਿਹਾ ਵੀ ਜਿਹੜਾ ਆਪਣਾ ਕੰਮ ਢਿੱਲਾ ਚੱਲ ਰਿਹਾ ਠੀਕ ਵੀ ਆਪਾਂ ਤਾਂ ਕਹਿੰਦੇ ਬਹੁਤ ਕੰਮ ਹੋ ਰਿਹਾ ਪਰ ਮੈਂ ਇਹਨੂੰ ਗਤੀ ਦੇਣਾ ਚਾਹੁੰਦੀ ਉਹਨੇ ਕਿਹਾ ਵੀ ਆਪਾਂ ਇੱਕ ਹੋਰ ਸੰਗਠਨ ਬਣਾਈਏ ਜਿਹੜਾ ਜ਼ਿਆਦਾ ਵਲੰਟੀਅਰ 'ਚ ਹੋਣ ਠੀਕ ਹੈ ਵੀ ਡੈਮੋਨਸਟ੍ਰੇਸ਼ਨ ਵੀ ਜ਼ਿਆਦਾ ਹੋਣੇ ਚਾਹੀਦੇ ਵੀ ਇੱਦਾਂ ਤਾਂ ਆਪਾਂ ਨੂੰ ਕੋਈ ਹੱਕ ਮਿਲੂਗਾ ਹੀ ਨਾ ਉਹਨੇ ਕਿਹਾ ਵੀ ਅਸੀਂ ਤੇਰੇ ਨਾਲ ਹਾਂ ਠੀਕ ਵੀ ਜਿਹੜੀ ਵੂਮਨ ਫਰੈਂਚਾਈਜ਼ ਲੀਗ ਦੇ ਜਗ੍ਹਾ ਜੇ ਹੋਰ ਵੀ ਬਣਾਉਣੀ ਆ ਅਸੀਂ ਤੇਰੇ ਨਾਲ ਹਾਂ ਫਿਰ ਉਹਨੇ ਕਿਹਾ ਵੀ ਕੋਈ ਨਾ ਵੀ ਆਪਾਂ ਇੱਕ ਬਣਾਉਣੇ ਮੀਟਿੰਗ ਅਤੇ ਜਦ ਉਹਨੇ ਕਿਹਾ ਵੀ ਸੰਗਠਨ ਬਣਾਉਣਾ ਤਾਂ ਸਰਕਾਰ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਕੋਈ ਹਾਲ ਹੀ ਨਹੀਂ ਦੇਣਾ ਕਿਰਾਏ 'ਤੇ ਮੀਟਿੰਗ ਕਰਨ ਲਈ ਠੀਕ ਵੀ ਕਿੱਥੇ ਕਰ ਲੈਣਗੇ ਉਹ ਬੜੇ ਹੈਰਾਨ ਵੀ ਅਸੀਂ ਕੋਈ ਮਾੜਾ ਕੰਮ ਤਾਂ ਕਰਨਾ ਨਹੀਂ ਅਖੀਰ ਜਾਣੀ ਉਹਨੇ ਕਿਹਾ ਵੀ ਨਾ ਕੋਈ ਕੌਂਸਲ ਦਾ ਨਾ ਸਕੂਲ ਦਾ ਹਾਲ ਤੁਸੀਂ ਇਸ ਕੰਮ ਲਈ ਜੇ ਬਣਾਉਣਾ ਤਾਂ ਅਸੀਂ ਦੇਣਾ ਹੀ ਉਹਨੇ ਫਿਰ ਕਿਹਾ ਵੀ ਮੈਂ ਆਪਣੇ ਘਰ ਮੀਟਿੰਗ ਬੁਲਾਉਂ ਠੀਕ ਦੇਖ ਲਓ ਮਾਨਚੈਸਟਰ ਦੇ ਵਿੱਚ ਨੈਲਸਨ ਸਟਰੀਟ 'ਤੇ ਘਰ ਆ ਉਹਨੇ ਕਿਹਾ ਉਹਨਾਂ ਨੂੰ ਸਾਰੀਆਂ ਨੂੰ ਵੀ ਮੇਰੇ ਘਰ ਆਇਓ ਅੱਛਾ ਠੀਕ ਹਾਂ ਮੀਟਿੰਗ ਉੱਥੇ ਬੁਲਾਈ ਚਿੱਠੀਆਂ ਪਾਈਆਂ 10 ਅਕਤੂਬਰ 1903 ਠੀਕ ਉੱਥੇ ਫਿਰ ਕਾਫੀ ਚਰਚਾ ਹੋਈ ਉਹਨੇ ਕਿਹਾ ਵੀ ਇਹ ਜਿਹੜਾ ਸੰਗਠਨ ਆ ਇਹ ਬਣਾਉਣਾ ਵੀ ਆਪਾਂ ਹੱਕ ਲੈਣਾ ਜ਼ਰੂਰ ਔਰ ਉਹਨੇ ਕਿਹਾ ਵੀ ਮੈਂ ਕੁਛ ਵੀ ਮੈਨੂੰ ਕੁਰਬਾਨੀ ਦੇਣੀ ਪਵੇ ਬਾਕੀ ਦੀਆਂ ਨੇ ਵੀ ਕਿਹਾ ਫਿਰ ਉਹਦੀ ਨਾਂ ਜਾਣੀ ਵੂਮਨ ਸੋਸ਼ਲ ਐਂਡ ਪੋਲੀਟੀਕਲ ਯੂਨੀਅਨ ਜਾਣੀ ਫਿਰ ਪ੍ਰੈਸ ਵੀ ਉੱਥੇ ਫਿਰ ਆ ਗਿਆ ਉਹਨੇ ਕਿਹਾ ਵੀ ਇਹ ਤਾਂ ਹੁਣ ਬਣਾ ਲਈ ਹੈ ਉਹਨੇ ਕਿਹਾ ਵੀ ਅਸੀਂ ਇਹ 10 ਅਕਤੂਬਰ 1903 ਨੂੰ ਵੂਮਨਸ ਸੋਸ਼ਲ ਐਂਡ ਪੋਲੀਟੀਕਲ ਯੂਨੀਅਨ ਉਹਨੇ ਕਿਹਾ ਵੀ ਸੋਸ਼ਲ ਮੂਵਮੈਂਟ ਵੀ ਹੈ ਪੋਲੀਟੀਕਲ ਵੀ ਹੈ ਵੀ ਇਹ ਜਾਣੀ ਹਰ ਅੰਦੋਲਨ ਕਰੂਗੀ ਔਰ ਫਿਰ ਉੱਥੇ ਫਿਰ ਤੁਹਾਨੂੰ ਉਹਨੂੰ ਜਾਣੀ ਉਹਦਾ ਮੁਖੀ ਬਣਾਇਆ ਗਿਆ ਉੱਥੇ ਫਿਰ ਜਾਣੀ ਉਹ ਸਰਕਾਰ ਨੂੰ ਲੱਗ ਗਿਆ ਪਤਾ ਵੀ ਹੁਣ ਇਹ ਜਿਹੜਾ ਅੰਦੋਲਨ ਆ ਇਹ ਚੱਲੂ ਡੈਫੀਨਿਟਲੀ ਚੱਲੇਗਾ ਅੱਛਾ ਸਰਕਾਰ ਵੱਲੋਂ ਕੁਝ ਵੋਟ ਅਧਿਕਾਰ ਦਿੱਤੇ ਵੀ ਗਏ ਹਾਂ ਇਹਦੇ ਬਾਰੇ ਥੋੜ੍ਹੀ ਜਿਹੀ ਚਾਨਣਾ ਪਾਓ ਨਹੀਂ ਹੁਣ ਤੁਸੀਂ ਦੇਖੋ ਵੀ ਜਦੋਂ ਬਣ ਗਿਆ ਤਾਂ ਫਿਰ ਸਰਕਾਰ ਨੂੰ ਤਾਂ ਕੁਝ ਕਰਨਾ ਪੈਣਾ ਸੀ ਫਿਰ ਉਹ ਇੱਦਾਂ ਸੀ ਵੀ 1905 ਦੇ ਵਿੱਚ ਚੋਣਾਂ ਵੀ ਹੋਈਆਂ ਸੀ ਉਹ ਫਿਰ ਜ਼ਿਆਦਾ ਅੰਦੋਲਨ ਬਣਿਆ ਸੀ ਤਾਂ ਉਹਨੇ ਕਿਹਾ ਸੀ ਵੀ ਜਿਹੜੇ ਲੀਡਰ ਹੈ ਨਾ ਜ਼ਿਆਦਾ ਵਿਰੋਧ ਆ ਵੀ ਉਹਨਾਂ ਦੇ ਵਿਰੁੱਧ ਡੈਮੋਨਸਟ੍ਰੇਸ਼ਨ ਕਰੋ ਠੀਕ 1905 ਦੀ ਚੋਣ ਦੇ ਵਿੱਚ ਜਿਹੜਾ ਵਿੰਸਟਨ ਚਰਚਿਲ ਸੀ ਉਹ ਮਾਨਚੈਸਟਰ ਤੋਂ ਖੜਾ ਸੀ ਠੀਕ ਜਾਣੀ ਉਹਨੇ ਕਿਹਾ ਵੀ ਜਿੱਥੇ ਵੀ ਇਹ ਜਾਊਗਾ ਆਪਾਂ ਇਹਦਾ ਵਿਰੋਧ ਕਰਨਾ ਕਿਉਂਕਿ ਸਾਡੇ ਖਿਲਾਫ ਹੈ ਠੀਕ ਹੈ ਅੱਛਾ ਤਾਂ ਉਹ ਇੱਕ ਵਾਰੀ ਉਹਨੂੰ ਕਹਿ ਵੀ ਦਿੱਤਾ ਸੀ ਮੈਂ ਤੁਹਾਡੇ ਹੱਕ 'ਚ ਹਾਂ ਉਹ ਫੇਰ ਮੁੱਕਰ ਗਿਆ ਸੀ ਉਹਨੇ ਜਾਣੀ ਇੰਨਾ ਉਹਦਾ ਕੀਤਾ ਤਾਂ ਫਿਰ ਮੀਡੀਆ 'ਚ ਬਹੁਤ ਆਇਆ ਕਿਉਂਕਿ ਜਿੱਥੇ ਵੀ ਕੋਈ ਲੀਡਰ ਜਾਂਦਾ ਜੇ ਜਾਂਦੀਆਂ ਤਾਂ ਫਿਰ ਤਾਂ ਚਰਚਾ ਤਾਂ ਹੋਣੀ ਤਾਂ ਉਹ ਤਾਂ ਬਹੁਤ ਨਾਅਰੇ ਬਹੁਤ ਮਾਰਦੀਆਂ ਸੀ ਬੈਨਰਸ ਫੜੇ ਹੁੰਦੇ ਸੀ ਵੀ ਜ਼ਰੂਰ ਅਸੀਂ ਹੱਕ ਲੈਣੇ ਆ ਅੱਛਾ ਫਿਰ ਜਿਹੜਾ ਤੁਸੀਂ ਗੱਲ ਕੀਤੀ ਤਾਂ ਫਿਰ ਉਹ ਸਰਕਾਰ ਨੇ ਕਿਹਾ ਵੀ ਕੁਝ ਕਰਨਾ ਚਾਹੀਦਾ ਉਹਨੇ ਕੀ ਕੀਤਾ ਉਹਨੇ ਕਿਹਾ ਜੀ ਵੀ ਅਸੀਂ ਤੁਹਾਨੂੰ ਇੱਕ ਤਾਂ ਹੱਕ ਦੇ ਰਹੇ ਹਾਂ ਵੀ ਤੁਸੀਂ ਜਿਹੜੇ ਸਕੂਲ ਆ ਮੁਲਕ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਗਵਰਨਰਸ ਆ ਉਹਨਾਂ ਲਈ ਤੁਹਾਡੀਆਂ ਵੋਟਾਂ ਪਾ ਕੇ ਗਵਰਨਰ ਬੋਰਡ ਦੇ ਬਣ ਸਕਦੀਆਂ ਫਿਰ ਨਾਲੇ ਉਹਨੇ ਕਿਹਾ ਵੀ ਤੁਸੀਂ ਕੌਂਸਲਰ ਬਣ ਸਕਦੀਆਂ ਮੇਅਰ ਬਣ ਸਕਦੀਆਂ ਤਾਂ ਇੱਕ ਕਾਹਲੀ ਕਰਕੇ ਤਾਂ ਇੱਕ ਮੇਅਰ ਬਣਾ ਵੀ ਦਿੱਤੀ ਓਕੇ ਤਾਂ ਉਹ ਫਿਰ ਉਹ ਐਮਲੀਨ ਨੇ ਉਹਨਾਂ ਨੂੰ ਸਮਝਾਇਆ ਉਹਨੇ ਕਿਹਾ ਵੀ ਤੁਹਾਡਾ ਧਿਆਨ ਬਦਲਣ ਲਈ ਕੀਤਾ ਆਪਾਂ ਵੋਟ ਮੇਅਰ ਬਣ ਲਈ ਨਹੀਂ ਬਣਦੀਆਂ ਆਪਾਂ ਪ੍ਰਾਈਮ ਮਿਨਿਸਟਰ ਬਣਨਾ ਠੀਕ ਹੈ ਉਹਨੇ ਕਿਹਾ ਵੀ ਜਿਹੜੀ ਹਾਊਸ ਆਫ ਕਾਮਨਸ ਦੀ ਵੋਟ ਆ ਵੀ ਉਹਦੇ ਲਈ ਸਾਨੂੰ ਵੋਟ ਮਿਲਣੀ ਚਾਹੀਦੀ ਔਰ ਉਹਦੇ ਲਈ ਉਹਨੇ ਕਿਹਾ ਵੀ ਚੰਗਾ ਹੀ ਨਹੀਂ ਇਹ ਕਰ ਦਿੱਤਾ ਜੇ ਕਿਸੇ ਨੇ ਬਣਨਾ ਕੌਂਸਲਰ ਜਾਂ ਮੇਅਰ ਪਰ ਸਾਡੀ ਲੜਾਈ ਤਾਂ ਹੈਗੀ ਆ ਵੀ ਉੱਥੇ ਪਾਰਲੀਮੈਂਟ 'ਚ ਪਹੁੰਚਣਾ ਔਰ ਜ਼ਰੂਰ ਪਹੁੰਚਾਂਗੇ ਅੱਛਾ ਆਪਾਂ ਨੂੰ ਹੁਣ ਥੋੜਾ ਜਿਹਾ ਸੰਖੇਪ ਕਰਨਾ ਹਾਂ ਠੀਕ ਹਾਂ ਆਪਾਂ 15 ਮਿੰਟ ਰਹਿ ਗਏ ਚਲੋ ਠੀਕ ਅੱਛਾ ਜਿਹੜਾ ਇਹ ਅੰਦੋਲਨ ਸੀਗਾ ਯੂਕੇ ਤੋਂ ਵਿਦੇਸ਼ਾਂ ਵਿੱਚ ਪਹੁੰਚਿਆ ਉਹ ਕਿੱਦਾਂ ਦੇਖੋ ਜਿਸ ਵੇਲੇ ਹੁਣ ਤੁਸੀਂ ਇੱਕ ਤਾਂ ਇਹਨਾਂ ਦਾ ਰਾਜ ਦੇਖੋ ਕਿੰਨੇ ਮੁਲਕਾਂ 'ਚ ਸੀ ਹਾਂਜੀ ਉਹ ਬਾਹਰ ਵੀ ਖਬਰਾਂ ਪਹੁੰਚਦੀਆਂ ਸੀ ਪਰ ਜਿਹੜਾ ਹੁਣ USA ਆ ਤੁਹਾਨੂੰ ਪਤਾ ਵੀ USA ਤਾਂ ਇਹਨਾਂ ਤੋਂ ਵੀ ਆਜ਼ਾਦ ਹੋਇਆ ਸੀ ਉੱਥੇ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ 'ਚ ਆਸਟ੍ਰੇਲੀਆ 'ਚ ਔਰ ਇੰਡੀਆ 'ਚ ਵੀ ਜਿਹੜੇ ਪੜ੍ਹੇ ਲਿਖੇ ਲੋਕ ਸੀ ਵੀ ਉੱਥੇ ਅੰਦੋਲਨ ਚੱਲ ਰਿਹਾ
ਔਰ ਉਹ ਜਾਣੀ ਐਡੀ ਖਬਰ ਬਾਅਦ ਦੇ ਵਿੱਚ ਪਹੁੰਚ ਗਏ, ਜਾਣੀ ਡੈਮੋਨਸਟ੍ਰੇਸ਼ਨ ਐਡੇ ਵੱਡੇ ਹੁੰਦੇ ਸੀ, ਜਾਣੀ ਹਾਈਡ ਪਾਰਕ ਦੇ ਵਿੱਚ 5 ਲੱਖ ਔਰਤਾਂ ਨੇ ਡੈਮੋਨਸਟ੍ਰੇਸ਼ਨ ਕੀਤਾ। ਵਾਹ। ਔਰ ਫਿਰ ਤੁਸੀਂ ਦੇਖੋ ਵੀ ਜਾਣੀ ਇਹ ਡਾਊਨਿੰਗ ਸਟਰੀਟ ਦੇ ਮੂਹਰੇ ਪਾਰਲੀਮੈਂਟ ਸਕੁਅਰ ਜਿਹੜਾ ਜਿੱਥੇ ਆਪਾਂ ਜਾਂਦੇ ਹਾਂ, ਉੱਥੇ ਜਾ ਕੇ ਜਾਣੀ ਇਕੱਠੇ ਹੋ ਕੇ ਜਾਣੀ ਪੁਲਿਸ ਕੁੱਟਦੀ ਵੀ ਸੀ, ਲਾਠੀ ਚਾਰਜ ਵੀ ਹੁੰਦਾ ਸੀ, ਪਰ ਉਹ ਡਰਦੀਆਂ ਨਹੀਂ ਸੀ, ਜਾਣੀ ਮਤਲਬ ਬਰਾਬਰ ਕਰਦੇ। ਮਨ ਪੱਕਾ ਬਣਿਆ ਔਰ ਸੀ। ਬੜੀ ਤਾਂ ਗੱਲ ਆ ਵੀ 1914 ਦੇ ਵਿੱਚ ਜਿਹੜੀ ਡੈਮੋਨਸਟ੍ਰੇਸ਼ਨ ਬਕਿੰਗਮ ਪੈਲੇਸ ਦੇ ਮੂਹਰੇ ਹੋਈ, ਉੱਥੇ ਜਾਣੀ ਪੁਲਿਸ ਨੇ ਵੀ ਬਹੁਤ ਇਹਨਾਂ ਨੂੰ ਕਿਹਾ ਔਰ ਰਾਜੇ ਨੂੰ ਵੀ ਨਹੀਂ ਸੌਣ ਨਹੀਂ ਦਿੱਤਾ, ਜਾਣੀ ਇੰਨੀ ਜ਼ੋਰ ਦੇ ਨਾਅਰੇ ਮਾਰੇ ਤਾਂ ਪਬਲਿਸਿਟੀ ਤਾਂ ਹੋਣੀ ਸੀ, ਤਾਂ ਫਿਰ ਉਹ ਜਾਣੀ ਹਾਂ। ਅੱਛਾ, ਇਹ ਜਿਹੜਾ ਦੌਰ ਆ ਹਾਂਜੀ ਜਿੱਦਾਂ 1914 ਜਾਂ 15 ਵਿੱਚ ਵਿਸ਼ਵ ਦੀ ਲੜਾਈ ਸ਼ੁਰੂ ਹੋ ਗਈ। ਹਾਂਜੀ ਅੱਛਾ, ਲੜਾਈ ਦੇ ਸ਼ੁਰੂ ਹੋਣ ਨਾਲ ਜਿਹੜਾ ਇਹ ਨਾਰੀ ਅੰਦੋਲਨ ਸੀ, ਇਹਨੂੰ ਐਮਲੀ ਨੇ ਕਿੱਦਾਂ ਦਿਸ਼ਾ ਦਿੱਤੀ ਔਰ ਦੇਖੋ ਹੁਣ ਇਹ ਹੈਗੀ ਆ ਵੀ ਜਿਸ ਵੇਲੇ ਉਹ ਯੁੱਧ ਸ਼ੁਰੂ ਹੋਇਆ ਹਾਂਜੀ 1914 ਦੇ ਵਿੱਚ, ਹਾਰਬਰਟ ਐਸਕੁਇਥ ਜਿਹੜਾ ਉਹ ਪ੍ਰਾਈਮ ਮਿਨਿਸਟਰ ਸੀ, ਉਹ ਵੀ ਮੈਨਚੈਸਟਰ ਦਾ ਹੀ ਸੀ, ਲਿਬਰਲ ਪਾਰਟੀ ਦਾ। ਪਰ ਉਹ ਜਿਸ ਵੇਲੇ ਜਾਣੀ ਯੁੱਧ ਸ਼ੁਰੂ ਹੋ ਗਿਆ, ਜਾਣੀ ਮਤਲਬ ਉਹ ਐਮਲੀ ਨੂੰ ਬਹੁਤ ਸਿਆਣੀ ਸੀ, ਉਹਨੇ ਕਿਹਾ ਵੀ ਜਿਹੜਾ ਆਪਾਂ ਅਧਿਕਾਰ ਮੰਗਦੇ ਆ ਮੁਲਕ ਵਾਸਤੇ ਹੈਗਾ, ਪਰ ਜਦ ਮੁਲਕ ਨੂੰ ਹੀ ਜਰਮਨ ਨੇ ਜੇ ਗੁਲਾਮ ਬਣਾ ਲਿਆ, ਫਿਰ ਅਧਿਕਾਰ ਕਿੱਥੋਂ ਲੈਣ, ਵੀ ਪਹਿਲਾਂ ਹੀ ਲੜਾਈ ਜਿੱਤਣੀ ਚਾਹੀਦੀ। ਉਹਨੇ ਜਾਣੀ ਸਰਕਾਰ ਨੂੰ ਕਿਹਾ ਵੀ ਜਿਹੜਾ ਸਾਡਾ ਸੰਗਠਨ ਆ, ਵੀ ਅਸੀਂ ਜਿੰਨੀ ਦੇਰ ਇਹ ਯੁੱਧ ਖਤਮ ਨਹੀਂ ਹੁੰਦਾ ਅਸੀਂ ਇਹਨੂੰ ਰੋਕ ਲਵਾਂਗੇ, ਪਰ ਸਰਕਾਰ ਵੀ ਕੁਝ ਕਰੇ। ਠੀਕ ਹੈ। ਵੀ ਸਰਕਾਰ ਨੇ ਫਿਰ ਉਹ ਗੱਲ ਸੁਣੀ, ਉਹਨੇ ਕਿਹਾ ਵੀ ਇਹ ਤਾਂ ਬਹੁਤ ਚੰਗੀ ਗੱਲ ਹੈ, ਵੀ ਨਹੀਂ ਕਿਹਾ ਵੀ ਅਸੀਂ ਉਨੀ ਦੇਰ ਨਹੀਂ ਕਰਦੀਆਂ। ਫਿਰ ਸਰਕਾਰ ਨੇ ਇਹਦੇ ਕਹੇ ਤੇ ਪੁਲਿਸ ਦੀ ਭਰਤੀ ਲੇਡੀਜ਼ ਲਈ ਖੋਲ੍ਹ ਦਿੱਤੀ, ਜਾਣੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਨਾਰੀ ਮਿਲ ਗਈ। ਹਾਂ, ਮੈਂ ਉਹਨਾਂ ਨੂੰ ਭਰਤੀ ਮਿਲ ਗਏ, ਹੋਰ ਜੋਬਾਂ ਮਿਲ ਗਈਆਂ, ਔਰ ਫਿਰ ਇਹਨੇ ਜਾਣੀ ਸਾਥ ਵੀ ਦਿੱਤਾ। ਔਰ 1916 ਦੇ ਵਿੱਚ ਉਹ ਜਿਹੜਾ ਪ੍ਰਾਈਮ ਮਿਨਿਸਟਰ ਆ, ਉਹਨੇ ਆਪ ਹੀ ਕਹਿ ਦਿੱਤਾ ਵੀ ਮੈਂ ਰਿਜ਼ਾਈਨ ਕਰ ਦੇਣਾ। ਜਿਹੜਾ ਹਾਰਬਰਟ ਐਸਕੁਇਥ ਸੀ ਨਾ, ਜਿਹੜਾ ਕਹਿੰਦਾ ਸੀ ਵੀ ਮੈਂ ਤੁਹਾਨੂੰ ਅਧਿਕਾਰ ਹੀ ਨਹੀਂ ਲੈਣ ਦੇਣਾ, ਉਹ ਫਿਰ ਜਿਹੜਾ ਡੇਵਿਡ ਲਾਇਡ ਜੋਰਜ ਪ੍ਰਾਈਮ ਮਿਨਿਸਟਰ ਬਣਿਆ, ਉਹਨੂੰ ਫਿਰ ਜਾਣੀ ਕਿ ਇਹਨੂੰ ਬਹੁਤ ਸ਼ਲਾਘਾ ਕੀਤੀ ਵੀ ਤੁਸੀਂ ਸਾਡਾ ਸਾਥ ਦੇ ਰਹੀਆਂ, ਵੀ ਲੜਾਈ ਅਜੇ ਪਤਾ ਨਹੀਂ ਕਿੰਨੀ ਦੇਰ ਚੱਲਣੀ ਹੈ, ਵੀ ਮੈਂ ਤੇਰੇ ਤੋਂ ਬਹੁਤ ਲੀਡਰ ਵੀ ਹਾਂ। ਇਹਨੂੰ 1917 'ਚ ਫਿਰ ਰਸ਼ੀਆ ਵੀ ਭੇਜਿਆ ਸੀ ਗੱਲਬਾਤ ਕਰਨ ਲਈ। ਹੁਣ ਤੁਹਾਨੂੰ ਪਤਾ ਵੀ 1917 'ਚ ਤਾਂ ਰਸ਼ੀਆ 'ਚ ਵੀ ਇਨਕਲਾਬ ਆ ਗਿਆ, ਫਿਰ ਬਾਅਦ ਦੇ ਵਿੱਚ ਗੱਲ ਚੱਲਦੀ ਰਹੀ, ਜਾਣੀ ਬਹੁਤ ਮਤਲਬ ਗਾਂਹ ਦੀ ਗਾਂਹ ਸਫਲਤਾ ਹੀ ਮਿਲਦੀ ਗਈ। ਹਾਂਜੀ, ਐਮਲੀ ਦੇ ਅੰਦੋਲਨ ਨੇ ਨਾਰੀ ਵਰਗ ਵਾਸਤੇ ਸੀਮਤ ਵੋਟ ਅਧਿਕਾਰ ਪ੍ਰਾਪਤ ਕਰਨ ਵਿੱਚ ਕਦੋਂ ਸਫਲਤਾ ਪ੍ਰਾਪਤ ਕੀਤੀ? ਇਸ ਵੋਟ ਅਧਿਕਾਰ ਨਾਲ ਕਿਵੇਂ ਨਾਰੀ ਹਾਊਸ ਆਫ ਕਾਮਨ ਦੀ ਵੋਟ ਜਿੱਤੀ, ਚੋਣ ਜਿੱਤੀ, ਅਤੇ ਪਹਿਲੀ ਵਾਰੀ ਕਿਹੜੀ ਉਹ ਲੇਡੀ ਸੀ ਜਿਹੜੀ ਉੱਥੇ? ਹਾਂ ਦੇਖੋ, ਜਦ 1917 ਦੇ ਵਿੱਚ ਜਿਸ ਵੇਲੇ ਉਹ ਵਰਲਡ ਵਾਰ ਚਲੇ ਗਏ, ਹਾਂਜੀ, ਰਸ਼ੀਆ ਦੇ ਵਿੱਚ ਕਿ ਉੱਥੇ ਦੇਖ ਲਓ ਕ੍ਰਾਂਤੀ ਆ ਗਈ, ਰੈਵੋਲੂਸ਼ਨ। ਪਰ ਫਿਰ 1917 'ਚ ਇੱਥੇ ਸਰਕਾਰ ਨੂੰ ਪਤਾ ਲੱਗ ਗਿਆ ਸੀ ਵੀ ਅਸੀਂ ਜਰਮਨ ਨੂੰ ਹਰਾਵਾਂਗੇ, ਤੁਰਕੀ ਸੀ ਉਹਨਾਂ ਦੇ ਨਾਲ, ਵੀ ਉਹਨਾਂ ਨੂੰ ਵੀ ਹਰਾਵਾਂਗੇ, ਪਰ ਉਹ ਲੜਾਈ ਖਤਮ ਹੋਣ ਦਾ ਨਾਂ ਨਹੀਂ ਸੀ ਲੈਂਦੀ। ਠੀਕ। ਪਰ ਫਿਰ ਜਿਉਂ-ਜਿਉਂ 17 ਦੇ ਐਂਡ 'ਚ ਆਈ ਤਾਂ ਫਿਰ ਉਹ ਜਿਹੜਾ ਡੇਵਿਡ ਲਾਇਡ ਜੋਰਜ ਸੀ, ਉਹਨੂੰ ਫਿਰ ਜਾਣੀ ਪਾਰਲੀਮੈਂਟ ਤਾਂ ਬਹਿੰਦੀ ਸੀ, ਰੋਜ਼ ਡਿਸਕਸ਼ਨ ਹੁੰਦਾ ਸੀ ਲੜਾਈ ਬਾਰੇ। ਹੋਰ ਫਿਰ ਜਾਣੀ ਉਹਨੇ ਕਿਹਾ ਵੀ ਜਿਹੜੀਆਂ ਔਰਤਾਂ, ਖਾਸ ਇਹਦਾ ਨਾਂ ਲਿਆ, ਠੀਕ, ਵੀ ਦੇਖੋ ਕਿੰਨਾ ਦੇਸ਼ ਲਈ ਕਰ ਰਹੀਆਂ, ਵੀ ਇਹਨਾਂ ਨੂੰ ਇੱਕ ਅਸੀਂ ਬਿੱਲ ਲਿਆ ਰਹੇ ਹਾਂ, ਵੀ ਉਹਨਾਂ ਦੇ ਵਿੱਚ ਇਹਨਾਂ ਨੂੰ ਜ਼ਰੂਰ ਕੁਝ ਨਾ ਕੁਝ ਕੰਸੈਸ਼ਨ ਦੇਵਾਂਗੇ, ਜਾਣੀ ਹੁਣ ਬਿੱਲ ਲੈ ਆਂਦਾ ਵੀ ਇਹਨਾਂ ਨੂੰ ਵੋਟ ਦਾ ਅਧਿਕਾਰ ਦੇਣਾ। ਪਰ ਜਦ ਫਿਰ 1918 ਆ ਗਿਆ ਤਾਂ ਫਿਰ ਹੀ ਨਹੀਂ ਜਾਣੀ 11 ਨਵੰਬਰ 1918 ਨੂੰ ਫਿਰ ਯੁੱਧ ਜਿੱਤ ਲਿਆ, ਜਾਣੀ ਜਿਹੜੀ ਲੜਾਈ ਜਿੱਤ ਲਈ ਜਾਣੀ, ਉਹ ਜਿੱਤ ਲਈ ਤਾਂ ਜਰਮਨ ਹਾਰ ਗਿਆ, ਤੁਰਕੀ ਵੀ ਹਾਰ ਗਿਆ। ਫਿਰ ਉਹ ਜਿਹੜਾ ਹਰੇਕ ਸਾਲ ਇੱਥੇ ਮਨਾਇਆ ਜਾਂਦਾ 11 ਨਵੰਬਰ ਨੂੰ 1918 'ਚ ਨਹੀਂ ਜਿੱਤ ਲਿਆ, ਤਾਂ ਫਿਰ ਉਦੋਂ ਹੀ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਦਸੰਬਰ ਦੇ ਵਿੱਚ ਚੋਣਾਂ ਹੋ ਰਹੀਆਂ ਔਰ ਔਰਤਾਂ ਨੂੰ ਅਸੀਂ ਇਹਨੀ ਬਹੁਤ ਜਦੋਜਹਿਦ ਕੀਤੀ। ਉਹਨੇ ਕਿਹਾ ਵੀ ਅਸੀਂ ਪਾਰਲੀਮੈਂਟ ਨੂੰ ਮਨਾ ਲਿਆ ਵੀ ਅਸੀਂ ਇਹਨਾਂ ਨੂੰ ਵੋਟ ਦਾ ਅਧਿਕਾਰ ਦੇ ਰਹੇ ਹਾਂ, ਪਰ ਕੁਝ ਸ਼ਰਤਾਂ ਰੱਖ ਰਹੇ ਹਾਂ, ਵੀ ਬੰਦਿਆਂ ਲਈ 21 ਸਾਲ ਦੀ ਉਮਰ ਹੈ, ਔਰਤਾਂ ਲਈ 30 ਸਾਲ ਰੱਖ ਰਹੇ ਹਾਂ। ਠੀਕ। ਫਿਰ ਇਹਨੂੰ ਬਾਅਦ 'ਚ ਬਦਲਾਂਗੇ ਵੀ ਅਜੇ 30 ਸਾਲ ਰੱਖ ਰਹੇ ਹਾਂ। ਫਿਰ ਉਹਨੇ ਕਿਹਾ ਵੀ ਜਿਹੜੀਆਂ ਔਰਤਾਂ ਆ ਉਹਨਾਂ ਦੀ ਕੰਡੀਸ਼ਨ ਆ ਵੀ ਹਸਬੈਂਡ ਤਾਂ
ਦੋਨਾਂ 'ਚੋਂ ਇੱਕ ਜਣਾ ਕੰਮ ਕਰਦਾ ਹੋਣਾ ਚਾਹੀਦਾ। ਠੀਕ ਚਲੋ ਉਹਨੇ ਕਿਹਾ ਵੀ ਕੁਝ ਨਾ ਕੁਝ ਤਾਂ ਕੰਸੈਸ਼ਨ ਮਿਲਿਆ ਹੀ, ਠੀਕ ਪਰ ਉਹ ਲੜਾਈ ਜਿੱਤ ਲਈ। ਪਰ ਉਹ ਫਿਰ ਜਿਹੜੀਆਂ ਦਸੰਬਰ 18 'ਚ ਚੋਣਾਂ ਹੋਈਆਂ, ਉਸ ਵੇਲੇ ਫਿਰ ਇਹਨੂੰ ਵਮਨ ਸੋਸ਼ਲ ਪੋਲੀਟੀਕਲ ਯੂਨੀਅਨ ਨੇ ਜ਼ੋਰ ਪਾਇਆ ਵੀ ਤੂੰ ਵੀ ਖੜ, ਵੀ ਤੇਰੀ ਵੀ ਉਮਰ 30 ਤੋਂ ਉੱਪਰ ਹੋ ਜੀ। ਇਹਨੇ ਕਿਹਾ ਵੀ ਨਹੀਂ ਵੀ ਅਜੇ ਮੈਂ ਤਾਂ ਅੰਦੋਲਨ ਜਿੱਤਣਾ ਪੂਰਾ। ਫਿਰ ਇਹਦੀ ਧੀ ਨੇ ਜਾਣੀ ਸਮੈਥਕ ਤੋਂ ਚੋਣ ਲੜੀ ਸੀ, ਉਹ 700 ਵੋਟਾਂ 'ਤੇ ਹਾਰੀ ਸੀ। ਪਰ ਉਦੋਂ ਫਿਰ ਆਇਰਲੈਂਡ ਤੋਂ ਇੱਕ ਔਰਤ ਜਿੱਤੀ ਸੀ। ਉਹਨੇ ਆਇਰਲੈਂਡ ਵਾਲਿਆਂ ਨੇ ਕਿਹਾ ਵੀ ਅਸੀਂ ਹੁਣ ਯੂਕੇ 'ਚ ਨਹੀਂ ਰਹਿਣਾ, ਉਹ ਸੀਟ ਲੈਣ ਨਹੀਂ ਆਈ। ਪਰ ਫਿਰ 1919 ਦੇ ਵਿੱਚ ਪਲਿਮਥ ਇੱਕ ਸੀਟ ਖਾਲੀ ਹੋਈ। ਉਹ ਜਦ ਖਾਲੀ ਹੋਈ ਤਾਂ ਉੱਥੇ ਚੋਣ ਹੋਣੀ ਸੀ, ਉੱਥੇ ਫਿਰ ਔਰਤ ਖੜੀ ਹੋਈ ਲੇਡੀ ਆਸਟਰ। ਠੀਕ ਜਾਣੀ ਉਹ 1 ਦਸੰਬਰ 1919 ਨੂੰ ਪਲਿਮਥ ਤੋਂ ਜਾਣੀ ਚੋਣ ਜਿੱਤ ਕੇ ਉਹ ਪਹਿਲੀ ਔਰਤ ਇਸ ਮੁਲਕ ਦੀ ਹੋਈ ਹੈ, ਉਸ ਕਮਿਊਨਿਟੀ ਹਾਂ, ਜਿਹੜੀ ਪਹੁੰਚੀ। ਅੱਛਾ, 1924 ਵਿੱਚ ਲੇਬਰ ਪਾਰਟੀ ਚੋਣ ਜਿੱਤ ਕੇ ਪ੍ਰਧਾਨ ਮੰਤਰੀ ਬਣਾਉਣ ਵਿੱਚ ਸਫਲ ਹੋਈ। ਇਸ ਵਿੱਚ ਨਾਰੀ ਅੰਦੋਲਨ ਦਾ ਕੀ ਰੋਲ ਸੀ? ਦੇਖੋ, ਇਹ ਜਿੱਦਾਂ ਹੁਣ ਆਪਾਂ ਹਿਸਟਰੀ ਦੇ ਵਿੱਚ ਜਾ ਰਹੇ ਹਾਂ ਵੀ ਔਰਤਾਂ ਫਿਰ ਪੁਲਿਸ ਦੇ ਵਿੱਚ ਵੀ ਚਲੇ ਗਈਆਂ ਸੀ, ਹਾਂਜੀ ਹਾਂਜੀ, ਬਿਊਰੋਕ੍ਰੇਸੀ 'ਚ ਵੀ ਉਹਨਾਂ ਦਾ ਰੋਲ ਹੋ ਗਿਆ ਸੀ। ਫਿਰ 30 ਸਾਲ ਦੀ ਉਮਰ ਦੀਆਂ ਵੀ ਵੋਟਾਂ ਵੀ ਬਣ ਗਈਆਂ ਸੀ। ਫਿਰ ਜਿਹੜੀਆਂ ਯੂਨੀਅਨਾਂ ਸੀਗੀਆਂ ਉਹਨਾਂ ਦੇ ਵਿੱਚ ਵੀ ਜ਼ਿਆਦਾ ਥੱਲੇ ਦੇ ਲੋਕ ਸੀ। ਉਹਨਾਂ ਦਾ ਫਿਰ ਰੁਝਾਨ ਹੋਇਆ ਵੀ ਜ਼ਿਆਦਾ ਆਪਾਂ ਹੁਣ ਪਾਰਟੀ ਵੀ ਬਣਾ ਲਈ ਹੈ, ਕਿਉਂਕਿ ਉਹ ਪਹਿਲਾਂ ਇੰਡੀਪੈਂਡੈਂਟ ਲੇਬਰ ਪਾਰਟੀ, ਉਹਦਾ ਹੀ ਨਾਮ ਬਦਲਿਆ ਸੀ ਲੇਬਰ ਪਾਰਟੀ। ਅਤੇ ਫਿਰ ਉਹਨੇ ਜਾਣੀ 1924 'ਚ ਚੋਣ ਹੀ ਜਿੱਤ ਲਈ। ਜਾਣੀ ਪਹਿਲਾ ਰਾਮਸੇ ਮੈਕਡੋਨਲਡ ਜਾਣੀ ਪ੍ਰਾਈਮ ਮਿਨਿਸਟਰ ਬਣਾ ਲਿਆ। ਔਰ ਉਹਦੇ ਵਿੱਚ ਔਰਤਾਂ ਦਾ ਬਹੁਤ ਯੋਗਦਾਨ ਸੀ, ਕਿਉਂਕਿ ਫਿਰ ਵੋਟ ਕੰਬਾਈਨ ਹੋ ਗਈ ਹੈ ਨਾ, ਭਾਵੇਂ ਥੋੜ੍ਹੀ ਹੋਈ ਪਰ ਜਿੱਤ ਲਿਆ ਜਾਣੀ। ਹਾਂਜੀ। ਅੱਛਾ, ਸਰਕਾਰਾਂ ਹਮੇਸ਼ਾ ਹੀ ਜਦੋਂ ਕੋਈ ਮੂਵਮੈਂਟ ਚੱਲਦੀ ਹੈ ਉਹਨੂੰ ਫੇਲ ਕਰਨ ਲਈ ਉਹ ਕੋਸ਼ਿਸ਼ ਕਰਦੇ ਆ। ਇੱਥੇ ਵੀ ਹੋਈ। ਸਰਕਾਰ ਨੇ ਇਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਕਿਹੜੀ ਰਾਜਨੀਤੀ ਅਪਣਾਈ ਅਤੇ ਐਮਲਿਨ ਨੇ ਉਹ ਕਿਹੜੀ ਰਾਜਨੀਤੀ ਸਫਲ ਨਹੀਂ ਹੋਣ ਦਿੱਤੀ, ਉਹ ਕੀ ਕਰਕੇ ਕੀਤਾ? ਦੇਖੋ, ਜਿਹੜਾ ਇੱਥੇ ਆ ਮੁਲਕ ਆ, ਇੱਥੇ ਕੈਪੀਟਲਿਜ਼ਮ ਹੈ। ਕਿਉਂਕਿ ਸਰਕਾਰ ਨੇ ਪਾਲਿਸੀ ਬਣਾਈ, ਉਹਨਾਂ ਨੇ ਕੁਛ ਤਿਆਰ ਕੀਤਾ, ਵਿਆਹ ਕਰਾਂਗੇ ਫੇਲ ਕਰ ਲਈ, ਪਰ ਉਹਨਾਂ ਨੇ ਉਹਨਾਂ ਦੀ ਪਾਲਿਸੀ ਨੂੰ ਸਮਝ ਕੇ। ਦੇਖੋ, ਜਿਹੜੀ ਐਂਬੂਲੈਂਸ ਸੀ ਉਹ ਬਹੁਤ ਸਮਝਦਾਰ ਸੀ। ਠੀਕ ਹੈ। ਜੇ ਉਦੋਂ ਹੀ ਉਹ ਨਾ ਕੁਝ ਲਾਲਚ ਲੈ ਕੇ ਪਿੱਛੇ ਹਟ ਜਾਂਦੀ, ਫਿਰ ਤਾਂ ਮੂਵਮੈਂਟ ਰੁਕ ਜਾਣੀ ਸੀ। ਠੀਕ। ਕਿਉਂਕਿ ਇੱਥੇ ਕੈਪੀਟਲਿਜ਼ਮ ਹੈ। ਇਹ ਨਹੀਂ ਜਾਣੀ ਇਹ ਸਕੀਮ ਬਣਾਈ ਵੀ ਜਾਣੀ ਇਹਨਾਂ ਮੂਹਰੇ ਇੱਕ ਨਵੀਂ ਗੱਲ ਲਿਆਉਂਦੇ ਆ ਵੀ ਅਸੀਂ ਉਹਨਾਂ ਔਰਤਾਂ ਸਾਰੀਆਂ ਨੂੰ ਵੋਟ ਦੇ ਰਹੀਆਂ ਵੀ ਜਿਹੜੀਆਂ ਪੜ੍ਹੀ ਹੋਈਆਂ ਜਾਂ ਜਿਹਨਾਂ ਦੇ ਅਕਾਊਂਟ ਆ ਜਾਂ ਜਿਹਨਾਂ ਕੋਲ ਕੁਆਲੀਫਿਕੇਸ਼ਨ ਹੈ, ਵੀ ਪਹਿਲਾਂ ਉਹਨਾਂ ਨੂੰ ਵੋਟ ਦਾ ਅਧਿਕਾਰ ਦੇਣੇ। ਔਰ ਇਹਦੇ ਵਿੱਚ ਉਹਨੇ ਕਿਹਾ ਸੀ ਵੀ ਇਹ ਮੂਵਮੈਂਟ 'ਚ ਫੁੱਟ ਪੈ ਜਾਵੇ। ਠੀਕ। ਪਰ ਉਹ ਜਿਸ ਵੇਲੇ ਉਹਨੇ ਡਰਾਫਟ ਤਿਆਰ ਕੀਤਾ ਤਾਂ ਉਸ ਵੇਲੇ ਐਮਐਲਏ ਨੂੰ ਪਤਾ ਲੱਗ ਗਿਆ। ਇਹਨੇ ਕਿਹਾ ਵੀ ਅਸੀਂ ਟੋਟਲੀ ਇਹਦੇ ਅਗੇਂਸਟ ਹਾਂ, ਵੀ ਅਸੀਂ ਸਾਰੀ ਨਾਰੀ ਜਾਤੀ ਨਾਰੀ ਵਰਗ ਲਈ ਵੋਟ ਚਾਹੁੰਦੇ ਹਾਂ। ਠੀਕ। ਵੀ ਜਿੱਦਾਂ ਉਸ ਟਾਈਮ ਤੱਕ ਫਿਰ ਬਹੁਤ ਲੋਕਾਂ ਦੀਆਂ ਵੋਟਾਂ ਬਣ ਗਈਆਂ ਸੀ, ਕਿਉਂਕਿ ਉਸ ਵੇਲੇ ਜਿਹਨਾਂ ਕੋਲ ਘਰ ਸੀ ਉਹਨਾਂ ਦੀ ਵੋਟ ਬਣਦੀ ਸੀ। ਠੀਕ। ਕਿਉਂਕਿ ਲੋਕ ਕਿਰਾਏ 'ਤੇ ਵੀ ਰਹਿੰਦੇ ਸੀ ਬਹੁਤ। ਤਾਂ ਪਰ ਜਾਣੀ ਉਹਨੂੰ ਕਿਹਾ ਵੀ ਅਸੀਂ ਤਾਂ ਉਦੋਂ ਹੀ ਮੰਨਾਂਗੇ ਜਦ ਸਾਰੀ ਔਰਤ ਦੀ ਵੋਟ ਹੋਊਗੀ। ਅੱਛਾ, ਇਹ ਜਿਹੜਾ ਅੰਦੋਲਨ ਸੀ ਇਹ ਸੰਪੂਰਨ ਤੌਰ 'ਤੇ ਕਦੋਂ ਸਫਲ ਹੋਇਆ? ਫਿਰ ਦੇਖੋ, ਜਿਸ ਵੇਲੇ ਆਪਾਂ ਗਾਂਹ ਹਿਸਟਰੀ ਦੇ ਵਿੱਚ ਜਾਂਦੇ ਹਾਂ, ਜਿਸ ਵੇਲੇ ਗਾਂਹ ਟਾਈਮ ਆ ਗਿਆ, ਹਾਂਜੀ, ਫਿਰ ਸਾਰੀਆਂ ਪਾਰਟੀਆਂ ਨੂੰ ਪਤਾ ਲੱਗ ਗਿਆ ਵੀ ਅਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਹਰਾ ਨਹੀਂ ਸਕੇ। ਵੀ ਅਸੀਂ ਸਾਜ਼ਿਸ਼ਾਂ ਵੀ ਦੇਖ ਲਈਆਂ ਕਰਕੇ, 7 ਵਾਰੀ ਜੇਲ੍ਹ ਗਈ ਉਹ। ਠੀਕ। ਕੁੱਟਾਂ ਵੀ ਖਾਧੀਆਂ, ਹੜਤਾਲਾਂ ਵੀ ਕੀਤੀਆਂ, ਉਹਨੂੰ ਜ਼ਬਰਦਸਤੀ ਖਾਣਾ ਵੀ ਖਿਲਾਇਆ, ਪਰ ਉਹਨੇ ਕਿਹਾ ਵੀ ਜ਼ਿਆਦਾ ਇਹ ਬਿਲਕੁਲ ਨਹੀਂ। ਤਾਂ ਉਹਨੇ ਫਿਰ ਸਾਰੀਆਂ ਪਾਰਟੀਆਂ ਦੇ ਵਿੱਚ ਗੱਲ ਚਲਾਈ ਵੀ ਇਹ ਅਧਿਕਾਰ ਦੇ ਦੇਣਾ ਚਾਹੀਦਾ। ਜਾਣੀ 1928 ਦੇ ਵਿੱਚ ਸਾਰੀਆਂ ਪਾਰਟੀਆਂ ਨੇ ਪਹਿਲਾਂ ਆਪ ਪਾਸ ਕੀਤਾ ਵੀ ਜਾਣੀ ਇਹ ਨਵਾਂ ਕਾਨੂੰਨ ਬਣਾਇਆ ਜਾਵੇ ਔਰ ਉਹਨੂੰ ਡਰਾਫਟ ਕੀਤਾ ਜਾਵੇ ਵੀ ਯੂਕੇ ਦੇ ਵਿੱਚ ਰਹਿਣ ਵਾਲਾ 21 ਸਾਲ ਦਾ ਬੰਦਾ ਤਾਂ ਔਰਤ ਇਹਨੂੰ ਬਿਨਾਂ ਕਿਸੇ ਕੰਡੀਸ਼ਨ 'ਤੇ ਵੋਟ ਹੋਊਗੀ। ਉਮਰ ਇੱਕੋ ਜਿਹੀ ਦੋਨੋਂ ਦੀ? ਹਾਂ, ਦੋਨੇ, ਕੋਈ ਕੰਡੀਸ਼ਨ ਨਹੀਂ। ਉਹ ਫਿਰ ਤੁਹਾਨੂੰ ਪਤਾ ਵੀ ਜਿਸ ਵੇਲੇ ਉਹ ਪਾਰਲੀਮੈਂਟ ਦੇ ਵਿੱਚ ਲਿਆਂਦਾ ਬਿੱਲ ਜਾਂਦਾ, ਫਿਰ ਬਹਿਸ ਕਰਨੀ ਪੈਂਦੀ ਹੈ। ਹਾਂਜੀ ਹਾਂਜੀ, ਚਰਚਾ ਕਰਨੀ ਪੈਂਦੀ ਹੈ। ਫਿਰ ਉਹ ਹਾਊਸ ਆਫ ਲਾਰਡ 'ਚ ਜਾਂਦਾ, ਫਿਰ ਉਹ ਕੈਂਗੋ 'ਤੇ ਸਾਈਨ ਕਰਦਾ। ਔਰ ਉਸ ਟਾਈਮ 'ਤੇ ਇਹਨਾਂ ਦੇ ਪੇਟ ਦੇ ਵਿੱਚ ਨੁਕਸ ਪਿਆ ਸੀ ਤਾਂ ਕੇਅਰ ਹੋਮਸ 1928 ਦੇ ਵਿੱਚ ਸਿਆਣੀ ਹੋ। ਹਾਂ, ਪਰ ਫਿਰ ਵੀ ਦੇਖ ਲਓ ਵੀ ਉਹ ਕਾਨੂੰਨ ਵੀ ਪਾਸ ਹੋ ਗਿਆ
ਤੇ ਉਹਦੀ ਮਤਲਬ 14 ਜੂਨ 1928 ਨੂੰ ਉਹਦੀ ਮੌਤ ਹੁੰਦੀ ਹੈ। ਕਿਉਂਕਿ ਉਹ 70 ਸਾਲ ਦੇ ਤੇ ਸਿਰਫ 4 ਹਫ਼ਤੇ ਘੱਟ ਸੀ, ਪਰ ਉਹ ਮਹਾਨ ਨਾਰੀ ਹੈ ਵੀ ਜਿਹਨੇ ਜਾਣੀ ਉਹ ਮਤਲਬ ਜਿੱਤ ਕੇ ਦਿੱਤਾ। ਅੱਛਾ, ਜਿਹੜਾ ਇਹ ਨਾਰੀ ਅੰਦੋਲਨ ਸੀਗਾ, ਇਸ ਅੰਦੋਲਨ ਨੇ ਭਾਰਤੀ ਨਾਰੀ ਨੂੰ ਕਿਵੇਂ ਮਰਦ ਦੇ ਬਰਾਬਰ ਵੋਟ ਅਧਿਕਾਰ ਦਿਵਾਉਣ ਵਿੱਚ ਬਲ ਬਖਸ਼ਿਆ? ਦੇਖੋ ਜੀ, ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਜਿਹੜਾ ਭਾਰਤ ਦਾ ਇਹਨਾਂ ਲਿੰਕ ਵੱਜ ਗਿਆ, ਕਿਉਂਕਿ ਤੁਸੀਂ ਦੇਖੋ ਸਤੀ ਤੋਂ ਲਾ ਕੇ ਦੇਵਦਾਸੀਆਂ ਦਾ ਹੋਰ ਸਾਰਾ ਉਹ ਵੀ ਇਹਨੀ ਮਦਦ ਕੀਤੀ ਸੀ। ਪਰ ਜਿਸ ਵੇਲੇ 1928 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਕਹਿ ਦਿੱਤਾ ਵੀ ਸਾਈਮਨ ਕਮਿਸ਼ਨ ਅਸੀਂ ਭੇਜ ਰਹੇ ਭਾਰਤ ਦੇ ਵਿੱਚ, ਉਹਦੇ ਵਿੱਚ ਕਲੈਮੈਂਟ ਐਟਲੀ ਮੈਂਬਰ ਬਣ ਕੇ ਆਇਆ ਸੀ। ਉਹ ਬਾਵਾ ਸਾਹਿਬ ਦੇ ਨਾਲ ਉਹਦਾ ਇੰਟਰਵਿਊ ਜਾਣੀ ਬੰਬਈ ਦੇ ਵਿੱਚ ਹੋਇਆ ਸੀ। ਜਾਣੀ ਉਹ ਕਲੈਮੈਂਟ ਐਟਲੀ ਬਹੁਤ ਇਮਾਨਦਾਰ ਪਰਸਨ ਸੀ। ਉਹ ਜਾਣੀ ਗਰੀਬ ਪਰਿਵਾਰ 'ਚੋਂ ਲੰਡਨ 'ਚੋਂ ਆਇਆ ਸੀ। ਉਹ ਬਾਵਾ ਸਾਹਿਬ ਤੋਂ ਹੈਰਾਨ ਰਹਿ ਗਿਆ ਵੀ ਇਹਨੇ ਇੰਨੀ ਇਹਦਾ ਗਿਆਨ ਹੈ, ਔਰ ਉਹਨੇ ਸਾਫ਼ ਕਹਿ ਦਿੱਤਾ ਸੀ ਵੀ ਜਿਹੜਾ ਇੰਡੀਆ ਦਾ ਕੌਂਸਟੀਟਿਊਸ਼ਨ ਹੋਊਗਾ ਉਹਦੇ ਵਿੱਚ ਇਹ ਗਰੰਟੀ ਹੋਊਗੀ ਵੀ ਔਰਤ ਨੂੰ ਬਰਾਬਰ ਦਾ ਵੋਟ ਮਿਲੂਗਾ, ਕਿਉਂਕਿ ਜਾਣੀ ਉਹਦੇ ਕਰਕੇ ਹੀ ਹੋਇਆ ਸਾਰਾ ਕੁਛ। ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ, ਕਲੈਮੈਂਟ ਐਟਲੀ ਦਾ, ਜਾਣੀ ਤੁਸੀਂ ਦੇਖੋ ਵੀ ਭਾਰਤ ਦੀ ਨਾਰੀ ਨੂੰ ਤਾਂ ਹੱਕ ਮਿਲਣਾ ਹੀ ਨਹੀਂ ਸੀ। ਹੁਣ ਤੁਸੀਂ ਦੇਖੋ ਆਪਾਂ 1928 ਤੱਕ ਗੱਲ ਕਰ ਰਹੇ ਹਾਂ, ਹਾਂਜੀ ਹਾਂਜੀ, ਤੇ ਸੰਵਿਧਾਨ ਤਾਂ ਫਿਰ ਜਾ ਕੇ, ਪਰ ਉਹਦਾ ਜਾਣੀ ਜਿਹੜੀ ਬੁਨਿਆਦ ਆ ਉਹ ਬੁਨਿਆਦ ਇਹ ਤੋਂ ਵੱਜੀ, ਜਿਹੜੀ ਇਹ ਐਮਲੀਨ ਪਿੰਕਹਰਸਟ ਆ, ਇਹਦਾ ਭਾਰਤ ਦੀ ਨਾਰੀ ਨੂੰ ਬਹੁਤ ਸਤਿਕਾਰ ਕਰਨਾ ਚਾਹੀਦਾ। ਹੁਣ ਬੜੀ ਦੁੱਖ ਦੀ ਗੱਲ ਹੈ ਵੀ ਭਾਰਤ ਦੀਆਂ ਨਾਰੀਆਂ ਕਾਲਪਨਿਕ ਦੇਵੀਆਂ ਦੇ ਮਗਰ ਲੱਗੀ ਨਹੀਂ। ਅਸਲ ਵਿੱਚ ਜਿਹੜਾ ਅਧਿਕਾਰ ਦੀ ਗੱਲ ਆ, ਮਰਦਾਂ ਨੂੰ ਵੀ ਸਤਿਕਾਰ ਕਰਨਾ ਚਾਹੀਦਾ। ਹਾਂ, ਜ਼ਰੂਰ ਕਰਨਾ ਚਾਹੀਦਾ। ਅੱਛਾ, ਇੱਕ ਮੈਂ ਪੜ੍ਹ ਰਿਹਾ ਸੀ ਐਮਲੀਨ ਪਿੰਕਹਰਸਟ ਦੇ ਬਾਰੇ 'ਚ, ਇਹ ਆਪਣੀ ਮੂਵਮੈਂਟ ਨੂੰ ਕਾਮਯਾਬ ਕਰਨ ਲਈ ਸਟੰਟ ਵੀ ਕਰ ਜਾਂਦੀ ਸੀ। ਇਹ 'ਤੇ ਇੱਕ ਬਲੇਮ ਲੱਗਦਾ ਸੀਗਾ ਵੀ ਇਹ ਆਪਣੀ ਮਸ਼ਹੂਰੀ ਕਰਾਉਣ ਲਈ ਸਟੰਟ ਕਰਦੀ ਰਹਿੰਦੀ ਆ। ਇਹਦੇ ਬਾਰੇ ਕੁਝ ਕਹੋ। ਜਿੱਦਾਂ ਤਾਂ ਇੱਕ ਵਾਰੀ ਉਹ ਘੋੜੇ ਥੱਲੇ ਵੀ ਨਹੀਂ ਦੇਖੋ, ਬੜੀ ਤਾਂ ਗੱਲ ਹੈਗੀ ਆ, ਜਿਹੜਾ ਮੀਡੀਆ ਆ, ਮੀਡੀਆ ਅਮੀਰਾਂ ਦਾ ਸੀ, ਉਹ ਬਿਲਕੁਲ ਨਹੀਂ ਚਾਹੁੰਦੇ ਵੀ ਔਰਤ ਨੂੰ ਅਧਿਕਾਰ ਮਿਲੇ। ਹੁਣ ਬੜੀ ਤਾਂ ਗੱਲ ਆ ਵੀ ਉਹ ਜੇ ਹੱਥ ਜੋੜ ਕੇ ਤਾਂ ਕੋਈ ਅੰਦੋਲਨ ਨਹੀਂ ਜਿੱਤਿਆ ਜਾਂਦਾ। ਬਿਲਕੁਲ ਬਿਲਕੁਲ, ਕਿਉਂਕਿ ਉਹਨੇ ਦੇਖੋ ਕਿੰਨੀ ਉਹਨੇ ਜਦੋਜਹਿਦ ਕੀਤੀ, ਉਹਨੇ ਡਾਂਗਾਂ ਖਾਧੀਆਂ, 7 ਵਾਰੀ ਜੇਲ੍ਹ ਗਈ, ਹੜਤਾਲਾਂ ਕੀਤੀਆਂ। ਇਹ ਤਾਂ ਉਹ ਇੱਕ ਕੁਰਬਾਨੀ ਸੀ ਉਹਦੀ, ਪਰ ਇਹ ਮੀਡੀਆ ਦਾ ਐਵੇਂ ਉਹਨੂੰ ਬਦਨਾਮ ਕਰਨ ਲਈ ਆ। ਹੁਣ ਤੁਸੀਂ ਦੇਖੋ ਵੀ ਇन्हीं ਲੋਕਾਂ ਨੇ ਫਿਰ ਉਹਨੂੰ ਮੰਨਿਆ ਜਾਣੀ, ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਉਹਦੇ ਸਟੈਚੂ ਲੱਗੇ ਆ, ਇਤਿਹਾਸ ਦੇ ਵਿੱਚ ਉਹਦਾ ਜ਼ਿਕਰ ਕੀਤਾ ਵੀ ਉਹਨੇ ਕੀਤਾ ਸਭ ਕੁਛ, ਕਿਉਂਕਿ ਜਿਹੜਾ ਸੱਚ ਹੈ ਕਦੇ ਛੁਪਦਾ ਨਹੀਂ। ਬਹੁਤ ਖੂਬਸੂਰਤ ਇਹ ਹਿਸਟਰੀ ਆ ਮੁਲਕ ਦੀ। ਜਿਹੜਾ ਇਹ ਦੌਰ ਆ 1928 ਤੋਂ ਲੈ ਕੇ ਜਾਂ 1920 ਤੋਂ ਬਾਅਦ 'ਚ, ਇਹ ਬਾਬਾ ਸਾਹਿਬ ਦਾ ਦੌਰ ਵੀ ਸੀ, ਪਰ ਇਹਨਾਂ ਦੀ ਕਦੀ ਬਾਬਾ ਸਾਹਿਬ ਨਾਲ ਭੇਂਟ ਹੋਈ, ਕਦੀ ਗੱਲਬਾਤ ਹੋਈ ਆਪਸ? ਨਹੀਂ, ਕਿਉਂਕਿ ਦੇਖੋ ਜਿਹੜਾ ਕਲੈਮੈਂਟ ਐਟਲੀ ਸੀ ਉਹ ਸਾਈਮਨ ਕਮਿਸ਼ਨ ਦਾ ਮੈਂਬਰ ਸੀ। ਹਾਂਜੀ, ਕਿਉਂਕਿ ਉਹ ਬਹੁਤ ਪੜ੍ਹੇ ਲਿਖੇ ਲੋਕ ਸੀ, ਪਰ ਉਹਨੂੰ ਇਹ ਸਰਕਾਰ ਨੇ ਜੋਬ ਵੀ ਦਿੱਤੀ ਹੋਈ ਸੀ ਵੀ ਇਹ ਡਾਕਟਰ ਅੰਬੇਡਕਰ ਨੂੰ ਜ਼ਰੂਰ ਸੁਣਨਾ। ਉਹ ਬਾਬਾ ਸਾਹਿਬ ਨੇ ਸਾਰੀ ਗੱਲ ਦੱਸੀ ਵੀ ਜਿਹੜਾ ਮੌਲਿਕ ਸੰਵਿਧਾਨ ਨਾਲ ਚੱਲਦਾ। ਹਾਂਜੀ, ਵੀ ਜਿਹੜੀ ਰਾਊਂਡ ਟੇਬਲ ਕਾਨਫਰੰਸਾਂ ਹੋਣੀਆਂ ਸੀ, ਵੀ ਬਾਕੀ ਲੋਕ ਕਿਉਂ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸੀ, ਕਿਉਂਕਿ ਉਹ ਮਨੂ ਨੂੰ ਮੰਨਣ ਵਾਲੇ ਸੀ, ਉਹ ਤੁਲਸੀਦਾਸ ਨੂੰ ਮੰਨਣ ਵਾਲੇ ਸੀ। ਠੀਕ ਹੈ, ਕਿਉਂਕਿ ਬਾਬਾ ਸਾਹਿਬ ਨੇ ਉਹ ਕਲੈਮੈਂਟ ਐਟਲੀ ਗੱਲ ਨੂੰ ਇਹ ਸਾਰੀ ਗੱਲ ਸਮਝਾ ਦਿੱਤੀ, ਔਰ ਉਸ ਬੇਸ 'ਤੇ ਸੰਵਿਧਾਨ ਬਣਿਆ। ਜਾਣੀ ਉਹ ਬਹੁਤ ਜਾਣੀ ਐਮਲੀਨ ਪਿੰਕਹਰਸਟ ਦਾ ਬਹੁਤ ਜਾਣੀ ਸਤਿਕਾਰ ਕਰਨਾ ਚਾਹੀਦਾ। ਜਦੋਂ ਇਨਸਾਨ ਦੇ ਅਧਿਕਾਰਾਂ ਦੀ ਗੱਲ ਆ, ਜੀਵਨ ਅਧਿਕਾਰ ਕਹਿ ਸਕਦੇ ਹਾਂ ਆਪਾਂ, ਜਾਂ ਮੂਲ ਅਧਿਕਾਰ ਕਹਿ ਸਕਦੇ ਹਾਂ, ਤੇ ਬਾਬਾ ਸਾਹਿਬ ਦਾ ਨਾਮ ਬਹੁਤ ਉਚਾਈਆਂ ਤੇ ਉਹਦਾ। ਪਰ ਜਦੋਂ ਮੈਨੂੰ ਇਸ ਜਿਹੜਾ ਆਪਾਂ ਗੱਲ ਕੀਤੀ ਅੱਜ ਐਮਲੀਨ ਪਿੰਕਹਰਸਟ ਦੇ ਬਾਰੇ 'ਚ, ਮੈਨੂੰ ਇਹਦੇ ਬਾਰੇ ਬਹੁਤ ਨਹੀਂ ਸੀ ਪਤਾ। ਜਦੋਂ ਮੈਂ ਸੋਚਿਆ ਵੀ ਇਹਦੇ 'ਤੇ ਪ੍ਰੋਗਰਾਮ ਕਰਨਾ, ਮੈਨੂੰ ਕਿਸੇ ਨੇ, ਤੁਸੀਂ ਵੀ ਕਿਹਾ, ਮੈਨੂੰ ਹੋਰ ਵੀ ਕਿਹਾ, ਤਾਂ ਉਹ ਜੋ ਮੈਂ ਦੇਖਿਆ ਤਾਂ ਮੈਂ ਬੜਾ ਹੈਰਾਨ ਰਹਿ ਗਿਆ ਕਿ ਵੀ ਏਡੀ ਵੱਡੀ ਪਰਸਨੈਲਿਟੀ ਹੋਈ ਆ ਇੰਗਲੈਂਡ 'ਚ, ਔਰ ਉਹਨਾਂ ਮੁੱਦਿਆਂ 'ਤੇ ਉਹਨੇ ਕੰਮ ਕੀਤਾ ਜਿਹੜੇ ਮੁੱਦੇ ਸਾਨੂੰ ਵੀ ਅਫੈਕਟ ਕਰਦੇ ਆ। ਸਾਡੇ ਭਾਰਤ ਦੇ ਵਿੱਚ ਵੀ ਇਹ ਕਮਜ਼ੋਰੀ ਹੈਗੀ ਆ ਬਹੁਤ ਹੱਲੇ ਵੀ, ਪਰ ਉਹਦਾ ਨਾਂ ਜਿੰਨਾ ਉਪਮ ਹੋਣਾ ਚਾਹੀਦਾ ਉਹਨਾਂ ਨਹੀਂ ਹੈ ਲੋਕਾਂ ਦੇ ਵਿੱਚ। ਪਰ ਜਿਹੜੀ ਭਾਰਤ ਦੀ ਔਰਤ ਦੀ ਆਜ਼ਾਦੀ ਆ,
ਭਾਵੇਂ ਕਨਸਟੀਟਿਊਸ਼ਨ ਵਿੱਚ ਅਧਿਕਾਰ ਹੈਗੇ ਆ, ਲੇਕਿਨ ਪ੍ਰੈਕਟੀਕਲੀ ਤੌਰ 'ਤੇ ਜੇ ਔਰਤ ਦੀ ਜਿਹੜੀ ਜ਼ਿੰਦਗੀ ਆ ਉਹ ਤਾਂ ਹਾਲੇ ਵੀ ਨਰਕ ਹੀ ਆ। ਅਤੇ ਹਾਲੇ ਵੀ ਜੇ ਕਿਸੇ ਦਾ ਹਸਬੈਂਡ ਮਰ ਜਾਂਦਾ ਤਾਂ ਉਹਨੂੰ ਭਾਵੇਂ ਕਾਨੂੰਨੀ ਤੌਰ 'ਤੇ ਤਾਂ ਹੈਗਾ ਇਹ ਵੀ ਉਹ ਵਿਆਹ ਕਰਾ ਸਕਦੀ ਆ, ਲੇਕਿਨ ਕਾਨੂੰਨ ਨੂੰ ਜਿਹੜੇ ਨਾ ਮੰਨਣ ਵਾਲੇ ਆ ਉਹ ਜ਼ਿਆਦਾ ਆ, ਉਹ ਜ਼ਿਆਦਾ ਸਟਰੋਂਗ ਆ, ਮੰਨਦੇ ਨਹੀਂ। ਅਤੇ ਉਹ ਜਿਹੜੇ ਭਾਰਤ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਜਾਂ ਭਾਰਤ ਦੇ ਨਾਰੀ ਨੂੰ ਕੀ ਕਰਨਾ ਚਾਹੀਦਾ ਆਪਣਾ ਹਕੂਕ ਪ੍ਰਾਪਤ ਕਰਨ ਲਈ? ਦੇਖੋ, ਜਿਹੜਾ ਜੋ ਕੁਝ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲੈ ਕੇ ਦਿੱਤਾ ਭਾਰਤ ਦੀ ਨਾਰੀ ਵਾਸਤੇ, ਭਾਰਤ ਦੇ ਪਿਛੜੇ ਵਰਗ ਵਾਸਤੇ, ਜਿਹੜੇ ਅਨੁਸੂਚਿਤ ਜਾਤੀ ਲੋਕ ਆ, ਅਨੁਸੂਚਿਤ ਜਨਜਾਤੀ, ਉਹ ਸਾਰੇ ਜਿਹੜੇ ਅਧਿਕਾਰ ਲੈ ਕੇ ਦਿੱਤੇ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲੈ ਕੇ ਦਿੱਤੇ। ਉਹ ਵੱਡੀ ਤਾਂ ਗੱਲ ਆ ਵੀ ਜਿਹੜੀ ਨਾਰੀ ਜਾਤੀ ਨੂੰ, ਕਿਉਂਕਿ ਅੱਧੀ ਆਬਾਦੀ ਤਾਂ ਉਹਨਾਂ ਦੀ, ਜੇ ਉਹ ਜਾਣੀ ਜਿੱਦਾਂ ਹੁਣ ਔਰ ਚੰਗੀ ਗੱਲ ਆ ਵੀ ਭਾਰਤ ਦੇ ਵਿੱਚ ਅੱਜ ਆਪਾਂ ਨਾਰੀਆਂ ਨੂੰ ਦੇਖ ਰਹੇ ਹਾਂ। ਜੇ ਇਹ ਅੰਦੋਲਨ ਜਿੱਤਿਆ ਕਰਕੇ ਤਾਂ ਅੱਜ ਮੁੱਖ ਮੰਤਰੀ ਜਾਂ ਹੋ ਰਿਹਾ, ਜਿੱਦਾਂ ਭੈਣ ਜੀ ਮਾਇਆਵਤੀ ਆ, ਮਮਤਾ ਬੈਨਰਜੀ ਆ, ਨਹੀਂ ਤਾਂ ਕੋਈ ਬਣ ਦਿੰਦਾ ਉੱਥੇ, ਕਿਉਂਕਿ ਉਹਨਾਂ ਦੀ ਕੁਰਬਾਨੀ ਕਰਕੇ ਹੋਇਆ। ਘਰਾਂ 'ਚ ਤਾਂ ਹਾਲੇ ਵੀ ਕੁੱਟ ਪੈਂਦੀ ਹੈ। ਜਿਹੜਾ ਭਾਰਤ ਦੀ ਜਿਹੜੀ ਇਸ ਲਈ ਹੈਗੀ ਸਥਿਤੀ ਭਾਰਤ ਵਿੱਚ ਔਰਤਾਂ ਦੀ, ਉਹ ਬਾਹਲੀ ਸੇਫ ਨਹੀਂ। ਅੱਜ ਤਾਂ ਫਿਰ ਸਰਕਾਰ ਨੇ ਕੰਮ ਉਲਟਾ ਸ਼ੁਰੂ ਕੀਤਾ, ਕੁਛ ਨਹੀਂ ਆ ਰਿਹਾ। ਭਾਰਤ ਦੇ ਲੋਕ ਆਪਣੇ ਹਕੂਕ ਨੂੰ ਲੈ ਕੇ, ਆਪਣੇ ਹੱਕਾਂ ਨੂੰ ਲੈ ਕੇ, ਆਪਣੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਕੋਈ ਅਗਾਂਹ ਵਧੂ ਕਦਮ ਨਹੀਂ ਚੁੱਕ ਰਿਹਾ ਹੈ। ਉਹਦਾ ਕੀ ਕਾਰਨ? ਨਹੀਂ, ਦੇਖੋ, ਜਿਹੜੀ ਵੱਡੀ ਗੱਲ ਆ ਵੀ ਭਾਰਤ ਦੇ ਲੋਕਾਂ ਦੀ ਇਹ ਮਜਬੂਰੀ ਆ ਵੀ ਉਹਨਾਂ ਨੂੰ ਇਹ ਅਧਿਕਾਰ ਮੁਫਤ 'ਚ ਮਿਲ ਗਿਆ। ਕਿਉਂਕਿ ਆ ਜੋ ਆਪਾਂ ਪਿਛਲੇ 40-45 ਮਿੰਟ ਵਿੱਚ ਕੀਤਾ, ਇਹ ਬਹੁਤ ਇੰਪੋਰਟੈਂਟ ਆ। ਭਾਰਤੀ ਲੋਕਾਂ ਨੂੰ ਪਤਾ ਲੱਗੇ, ਇਹੀ ਆਪਣਾ ਮਕਸਦ ਕਰਨਾ। ਨਹੀਂ, ਦੇਖੋ, ਜਿਹੜੇ ਲੋਕਾਂ ਨੂੰ ਮੁਫਤ ਦੇ ਵਿੱਚ ਕੋਈ ਮਿਲ ਜਾਂਦੀ ਗੱਲ, ਕਿਉਂਕਿ ਬਾਬਾ ਸਾਹਿਬ ਨੇ ਜੋ ਕੁਝ ਲੈ ਕੇ ਦਿੱਤਾ ਉਹ ਲੋਕਾਂ ਨੂੰ ਉਹਦਾ ਅੰਦਾਜ਼ਾ ਨਹੀਂ। ਉਹ ਤੁਸੀਂ ਦੇਖੋ ਵੀ ਉਹ ਜਿਹੜੇ ਲੋਕ ਆ, ਉਹਨੇ ਵੋਟਾਂ ਦਾ ਸਿਸਟਮ ਨੂੰ ਕਿੱਦਾਂ ਉਹਨੇ ਕਰਪਟ ਕੀਤਾ ਹੈ। ਕਿਤੇ ਪੈਸੇ ਦਿੰਦੇ ਆ, ਕਿਤੇ ਡਰਾਉਂਦੇ ਆ, ਕਿਤੇ ਲੀਡਰਾਂ ਨੂੰ ਖਰੀਦਦੇ ਆ। ਹੁਣ ਜੇ ਐਮਲਿਨ ਦੀ ਆਪਾਂ ਗੱਲ ਕੀਤੀ ਆ, ਉਹਨੇ ਤਾਂ ਕੁਰਬਾਨੀ ਦੇ ਕੇ ਜਾਣੀ ਵੋਟ ਦਾ ਅਧਿਕਾਰ ਲੈ ਕੇ ਦਿੱਤਾ। ਜੇ ਗਾਂਹ ਬੰਦੇ ਵੋਟਾਂ ਵੇਚਣ ਤਾਂ ਮਾੜੀ ਗੱਲ ਹੀ ਹੈ। ਇਸ ਕਰਕੇ ਜਾਣੀ ਜਿਹੜੇ ਅਧਿਕਾਰ ਜਿਹੜੇ ਲੈਣੇ ਔਰ ਬਾਅਦ ਦੇ ਵਿੱਚ ਉਹ ਸਾਹਮਣੇ, ਇਹ ਹੋਰ ਗੱਲ ਹੈ। ਜਾਣੀ ਉੱਥੇ ਜਿਹੜੀ ਲੀਡਰਸ਼ਿਪ ਆ, ਉਹ ਜ਼ਰੂਰੀ ਆ ਵੀ ਬਾਬਾ ਸਾਹਿਬ ਦੇ ਵਿਚਾਰਧਾਰਾ 'ਤੇ ਪਹਿਰਾ ਦੇਣ, ਤਦੇ ਹੀ ਉਹਦਾ ਕਾਮਯਾਬੀ ਹੋਣੀ। ਚੌਹਾਨ ਸਾਹਿਬ, ਤੁਸੀਂ ਕਾਂਸ਼ੀ TV 'ਤੇ ਆਏ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਤੁਸੀਂ ਮੇਰੀ ਰਿਕੁਐਸਟ ਨੂੰ ਮੰਨ ਕੇ ਤੁਸੀਂ ਅੱਜ ਆਏ ਔਰ ਪ੍ਰੋਗਰਾਮ ਮੇਰੇ ਨਾਲ ਕੀਤਾ। ਪਰ ਮੈਂ ਚਾਹੁੰਦਾ ਤੁਸੀਂ 2 ਮਿੰਟ ਇਸ ਜਿਹੜੀ ਸੰਖੇਪ ਤੌਰ 'ਤੇ ਜਿਹੜੀ ਅੱਜ ਆਪਾਂ ਗੱਲ ਕੀਤੀ ਹੈ, ਇਹਦੇ ਬਾਰੇ ਕਰੋ, ਅਤੇ ਨਾਲ ਕਾਂਸ਼ੀ TV ਦੇ ਜਿਹੜੇ ਵਿਊਅਰ ਹੈਗੇ ਉਹਨਾਂ ਨੂੰ ਮਤਲਬ ਦੇਖੋ, ਜਿਹੜਾ ਕਾਂਸ਼ੀ TV ਜਿਹੜਾ ਮਤਲਬ ਇਹ ਪ੍ਰੋਗਰਾਮ ਚਲਾ ਰਿਹਾ, ਇਹ ਬਹੁਤ ਸ਼ਲਾਘਾਯੋਗ ਹੈ। ਕਿਉਂਕਿ ਜੇ ਤੁਸੀਂ ਅੱਜ ਦਾ ਜਿਹੜਾ ਯੁੱਗ ਹੈ, ਇਹ ਇਲੈਕਟ੍ਰੋਨਿਕ ਮੀਡੀਆ ਯੁੱਗ ਹੈ। ਕਿਉਂਕਿ ਜੇ ਤੁਸੀਂ ਕੋਈ ਗੱਲ ਕਰਨੀ ਹੈ, ਉੱਦਾਂ ਕੋਈ ਚੈਨਲ ਹੋ ਤਦੇ ਕੀਤੀ ਹੈ। ਹੁਣ ਤੁਸੀਂ, ਮੇਰਾ ਖਿਆਲ ਆ ਵੀ ਜਿੱਦਾਂ ਦਾ ਆਪਾਂ ਅੱਜ ਪ੍ਰੋਗਰਾਮ ਕੀਤਾ, ਅੱਗੇ ਇੱਦਾਂ ਦੇ ਪ੍ਰੋਗਰਾਮ ਨਹੀਂ ਹੋਏ। ਬਿਲਕੁਲ ਨਹੀਂ ਹੋਏ, ਕਿਉਂਕਿ ਇਹ ਜ਼ਰੂਰ ਹੋਣੇ ਚਾਹੀਦੇ, ਵਿਗਿਆਨੀਆਂ ਦੇ ਵੀ ਹੋਣੇ ਚਾਹੀਦੇ, ਜਿਹਨੇ ਅੰਦੋਲਨ ਕੀਤਾ ਉਹਨਾਂ ਦੇ ਹੋਣੇ ਚਾਹੀਦੇ। ਜਾਣੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਔਰ ਅਸੀਂ ਸਹਿਯੋਗ ਵੀ ਦੇਣਾ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਇਹ ਚਾਹੂੰਗਾ ਕਿ ਜਿਹੜਾ ਸਪੈਸ਼ਲ ਗੈਸਟ ਸ਼ੋਅ ਆ ਮੇਰਾ, ਇਹਦੇ ਵਿੱਚ ਤੁਹਾਨੂੰ ਵੀ ਸਪੈਸ਼ਲ ਗੈਸਟ ਦੇ ਤੌਰ 'ਤੇ ਵੀ ਪੇਸ਼ ਕਰਾਂਗੇ, ਅਤੇ ਤੁਹਾਡੇ ਜੀਵਨ ਬਾਰੇ ਤੁਸੀਂ ਕਿੱਦਾਂ ਆਪਣਾ ਬਚਪਨ ਗੁਜ਼ਾਰਿਆ, ਕਿੱਦਾਂ ਤੁਸੀਂ ਜਿਹੜੀ ਤੁਹਾਡੀ ਹਸਤੀ ਬਣੀ ਅੱਜ ਭਾਰਤੀ ਲੋਕਾਂ ਵਿੱਚ, ਕਿਉਂਕਿ ਇੱਥੇ ਤੱਕ ਪਹੁੰਚਣਾ, ਇੱਥੇ ਤੱਕ ਸਟੇਟਸ ਪ੍ਰਾਪਤ ਕਰਨਾ, ਇਹ ਕੋਈ ਸੌਖਾ ਕੰਮ ਨਹੀਂ ਹੁੰਦਾ। ਇਹ ਵੀ ਇੱਕ ਬਹੁਤ ਘਾਲਣਾ ਦਾ ਕੰਮ ਹੁੰਦਾ। ਇਹਦੇ ਬਾਰੇ ਆਪਾਂ ਫੇਰ ਕਿਤੇ ਗੱਲ ਕਰਾਂਗੇ। ਦੇਖੋ, ਮੈਂ ਤਾਂ ਜਿਹੜੀ ਇੱਥੇ ਸੇਵਾ ਨਿਭਾ ਰਿਹਾ, ਇਹ ਮੈਨੂੰ ਬਹੁਤ ਖੁਸ਼ੀ ਹੈ। ਨਹੀਂ, ਬਹੁਤ ਅਸੀਂ ਆਪ ਬਹੁਤ ਮਾਣ ਮਹਿਸੂਸ ਕਰਦੇ ਹਾਂ ਜਦੋਂ ਤੁਸੀਂ ਸਾਨੂੰ ਕਰੈਕਟ ਕਰਦੇ ਆ। ਕਈ ਵਾਰੀ ਇੱਦਾਂ ਹੁੰਦਾ ਕਿ ਸਾਨੂੰ ਉਨੀ ਜਾਣਕਾਰੀ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਆ, ਅਤੇ ਤੁਸੀਂ ਫਿਰ ਕਰੈਕਟ ਕਰਦੇ, ਸਾਨੂੰ ਬਹੁਤ ਚੰਗਾ ਲੱਗਦਾ। ਅਤੇ ਚੌਹਾਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ। ਅਤੇ ਇਹ ਸਨ ਜੀ ਫਕੀਰ ਚੰਦ ਚੌਹਾਨ। ਮੈਂ ਆਪਣੇ ਵਿਜੇ ਸਾਹਿਬ ਨੂੰ ਕਹਾਂਗਾ ਵੀ ਇੱਕ ਵਾਰੀ ਫਿਰ ਉਹ ਐਮਲਿਨ ਦੇ ਫੋਟੋ ਵਗੈਰਾ ਉਹ ਜੇ ਲਾ ਦੇਣ ਤਾਂ ਬਹੁਤ ਵਧੀਆ ਗੱਲ ਹੋਊਗੀ। ਅਤੇ ਦੇਖੋ, ਇਸ ਇੱਕ ਔਰਤ ਜਾਤੀ ਨੇ ਐਡੀ ਵੱਡੀ ਸਟਰਗਲ ਕਰਕੇ ਔਰਤ ਨੂੰ ਵੋਟ ਦਾ ਹੱਕ
ਦਵਾਇਆ ਇੰਗਲੈਂਡ ਦੇ ਵਿੱਚ। ਤੇ ਇੰਗਲੈਂਡ ਦੀਆਂ ਜਿਹੜੀਆਂ ਔਰਤਾਂ ਉਹ ਕਦਰ ਕਰਦੀਆਂ ਕਿ ਵੀ ਇਹ ਇੱਕ ਮਹਾਰਾਣੀ ਹੈ, ਇੱਕ ਐਡੀ ਵੱਡੀ ਔਰਤ ਹੈ ਜਿਹਨੇ ਸਾਨੂੰ ਹਕੂਕ ਲਿਖ ਦਿੱਤੇ। ਲੇਕਿਨ ਸਾਡੇ ਸਮਾਜ ਵਿੱਚ, ਸਾਡੇ ਮੁਲਕ ਵਿੱਚ, ਜਿੱਦਾਂ ਚੌਹਾਨ ਸਾਹਿਬ ਨੇ ਇਹ ਗੱਲ ਕਰੈਕਟਲੀ ਕਹੀ ਹੈ ਕਿ ਲੋਕਾਂ ਨੂੰ ਉਹ ਮਿਲ ਗਈਆਂ ਵੋਟਾਂ ਦਾ ਅਧਿਕਾਰ, ਉਹਨਾਂ ਨੇ ਕੋਈ ਸੈਕਰੀਫਾਈ ਨਹੀਂ ਕੀਤਾ, ਕੋਈ ਮਰਿਆ ਨਹੀਂ, ਕੋਈ ਲੜਾਈ ਨਹੀਂ। ਉਹਨਾਂ ਨੂੰ ਕਦਰ ਕਰਨੀ ਚਾਹੀਦੀ ਆ ਵੋਟ ਦੇ ਅਧਿਕਾਰ ਦੀ। ਲੇਕਿਨ ਅਸੀਂ ਤਾਂ ਸ਼ਰਾਬ 'ਤੇ ਵੋਟ ਦੇ ਦਿੰਦੇ ਹਾਂ, ਬਾਅਦ 'ਚ ਸ਼ਿਕਾਇਤ ਕਰਦੇ ਵੀ ਸਾਡੀ ਕੋਈ MLA ਗੱਲ ਨਹੀਂ ਸੁਣਦਾ, ਜਾਂ ਅਸੀਂ ਥੋੜ੍ਹੇ ਬਹੁਤ 200-400 ਰੁਪਈਆ ਲੈ ਕੇ ਆਪਣੀ ਵੋਟ ਜਿੱਧਰ ਅਗਲੇ ਕਹਿੰਦੇ ਉੱਧਰ ਪਾਉਂਦੇ, ਜਾਂ ਅਸੀਂ ਕਿਸੇ ਦੇ ਪ੍ਰੈਸ਼ਰ ਅਧੀਨ ਆ ਕੇ ਵੋਟ ਦਾ ਅਸੀਂ ਸਤਿਕਾਰ ਨਹੀਂ ਕਰਦੇ। ਸਾਨੂੰ ਚਾਹੀਦਾ ਕਿ ਇਹ ਬੜੀ ਮੁਸ਼ਕਿਲ ਨਾਲ ਮਿਲੀ ਸਾਨੂੰ ਵੋਟ ਦੀ ਜਿਹੜੀ ਇਜਾਜ਼ਤ ਆ, ਇਹਨੂੰ ਸਾਨੂੰ ਮੁਹੱਬਤ ਨਾਲ, ਇੱਜ਼ਤ ਨਾਲ ਇਸਤੇਮਾਲ ਕਰਨਾ ਚਾਹੀਦਾ, ਸਹੀ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਤਾਂ ਕਿ ਸਾਨੂੰ ਉਹਦਾ ਫਾਇਦਾ ਹੋ ਸਕੇ। ਬਾਕੀ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਇੱਦਾਂ ਦੇ ਜਿਹੜੇ ਇੰਪੋਰਟੈਂਟ ਪਰਸਨੈਲਿਟੀਆਂ ਹੈਗੀਆਂ ਜਾਂ ਇੰਪੋਰਟੈਂਟ ਮੁੱਦੇ ਹੈਗੇ ਉਹਨਾਂ 'ਤੇ ਗੱਲਬਾਤ ਕਰਦੇ ਰਹਾਂਗੇ। ਤੁਸੀਂ ਸਾਡਾ ਸਾਥ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜਿੱਥੇ ਮੈਂ ਆਪਣੇ ਸਟਾਫ ਦਾ ਜਾਂ ਪੂਰੀ ਕਾਂਸ਼ੀ ਟੀਮ ਦਾ ਧੰਨਵਾਦ ਕਰਦਾ, ਚੌਹਾਨ ਸਾਹਿਬ ਦਾ ਵੀ, ਹੋਰ ਬਾਕੀ ਜਿਹੜੇ ਸਾਡੇ ਦੇਖਣ ਵਾਲੇ ਆ ਉਹਨਾਂ ਦਾ ਧੰਨਵਾਦ ਕਰਨ ਤੋਂ ਬਾਅਦ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਕੋਈ ਵੀ ਚੀਜ਼ ਮੁਫਤ ਵਿੱਚ ਨਹੀਂ ਮਿਲਦੀ। ਜਿਹੜੀ ਚੀਜ਼ ਮੁਫਤ ਵਿੱਚ ਮਿਲਦੀ ਆ ਤਾਂ ਉਹਦੀ ਓਨੀ ਕਦਰ ਨਹੀਂ ਹੁੰਦੀ, ਚਾਹੇ ਰੋਟੀ ਦੀ ਗੱਲ ਹੋਵੇ, ਚਾਹੇ ਹੱਕ ਦੀ ਗੱਲ ਹੋਵੇ। ਜੇ ਤੁਹਾਨੂੰ ਸੁੱਤਿਆਂ ਪਿਆ ਨੂੰ ਰੋਟੀ ਕਰਕੇ ਬਣਾ ਕੇ ਰੱਖਿਆ, ਤੁਸੀਂ ਖਾ ਲਏ, ਤੁਹਾਨੂੰ ਕਦਰ ਨਹੀਂ। ਜਿਹੜੀ ਤੁਸੀਂ ਮਿਹਨਤ ਕਰਕੇ ਰੋਟੀ ਖਾਣੀ ਆ, ਜਿਹੜੀ ਉਹਦੀ ਕਦਰ ਆ, ਉਹਦੀ ਵੈਲਿਊ ਹੋਰ ਹੁੰਦੀ ਆ। ਸਾਨੂੰ ਇਹ ਬਹੁਤ ਧਿਆਨ ਰੱਖਣਾ ਚਾਹੀਦਾ। ਹੁਣ ਕਾਂਸ਼ੀ ਟੀਵੀ ਅਸੀਂ ਵੱਖਰੇ ਵੱਖਰੇ ਜਿਹੜੇ ਸਾਡੇ ਗੈਸਟ ਨੂੰ ਲੈ ਕੇ ਆਉਂਦੇ ਹਾਂ, ਵੱਖਰੇ ਵੱਖਰੇ ਅਸੀਂ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਹਾਂ। ਲੇਕਿਨ ਜਿਹੜਾ ਇਹ ਬਹੁਤ ਖਰਚੇ ਦਾ ਕੰਮ ਹੈ, ਸਟੂਡੀਓ, ਕੈਮਰੇ, ਆਪਣੇ ਟੈਕਨੀਸ਼ੀਅਨਸ, ਬਾਕੀ ਸਟਾਫ ਜਿਹੜਾ ਹੈਗਾ ਆ। ਇਸ ਕਰਕੇ ਸਾਰੇ ਜਣੇ ਸਹਿਯੋਗ ਦਿਓ। ਜਿੱਥੇ ਤੁਸੀਂ ਪ੍ਰੋਗਰਾਮ ਦੇਖ ਕੇ ਸ਼ਲਾਘਾ ਕਰਦੇ ਹੋ, ਫੀਡਬੈਕ ਕਰਦੇ ਹੋ, ਬਹੁਤ ਚੰਗਾ ਲੱਗਦਾ। ਅਤੇ ਉੱਥੇ ਸਾਨੂੰ ਥੋੜ੍ਹਾ ਬਹੁਤ ਮਾਲੀ ਮਦਦ ਵੱਲ ਨੂੰ ਵੀ ਹੱਥ ਵਧਾਉਣਾ ਚਾਹੀਦਾ ਹੈ। ਅਤੇ ਬਾਕੀ ਅੱਜ ਅਸੀਂ ਇੰਨਾ ਕੀ ਤੁਹਾਤੋਂ ਵਿਦਿਆ ਲੈਣੇ ਇੰਨੀ ਗੱਲ ਕਰਕੇ, ਬਾਕੀ ਆਪਾਂ ਤੁਹਾਨੂੰ ਮਿਲਾਂਗੇ ਅਗਲੇ ਹਫ਼ਤੇ। ਆਪਣਾ ਰੱਖਿਓ ਖਿਆਲ। ਅਗਲੇ ਵੀ ਕਿ ਕਿਸੇ ਹੋਰ ਗੈਸਟ ਦੇ ਨਾਲ ਜਿਹੜਾ ਕਿ ਸਪੈਸ਼ਲ ਹੋਊਗਾ ਆਪਾਂ ਗੱਲਬਾਤ ਕਰਾਂਗੇ। ਆਪਣਾ ਰੱਖਿਓ ਖਿਆਲ। ਦੇਖਦੇ ਹਾਂ, ਮਿਲਦੇ ਹਾਂ ਅਗਲੇ ਹਫ਼ਤੇ। ਜੈ ਭੀਮ, ਨਮੋ ਬੁੱਧਾਏ, ਜੈ ਭੀਮ।